सतगुरु माही समाना एह बाणी जो जियों जाने तिस अंतर रवे हर नामा बाणी गुरु गुरु है बाणी विच बाणी अमृत सारे गुर बाणी कहे सेवक जन माने परतख गुरु निस्तारे बाणी बिरलो विचार सी जे को गुरमुख होए एह बाणी महापुरख की निज कर वासा होए काज कोटं रचंत तोयं लेपनं रकत चरमण नवंत द्वारंग पीत रहतं बाय रूपं अस्तंबन गोविंद नामं नह सिमरंत अज्ञानी जानं जनंत अस्थिर गोविंद नामं नह सिमरंत अज्ञानी जान जनंत अस्थिरं दुर्लभ देह उदरंत साध शरण नानक हर 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 हरे जपंत दुर्लभ देह उदरंत साध शरण नानक हर 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 हरे जपंत वाहिगुरु जी का खालसा वाहिगुरु जी की फतेह। श्लोक सहस्कृति महला पंजवा। इस बाणी का ये चौथा श्लोक है जो 1354 अंग ते दर्ज है। इस शब्द दी विचार सिंह साहिब भाई जसबीर सिंह जी खालसा
ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। 2 ਦਿਨ ਦਾ ਇਹਨਾਂ ਦਾ ਸਮਾਂ ਹੈ ਸਾਡੇ ਪਾਸ। ਸੰਗਤ ਵੱਲੋਂ, ਪ੍ਰਬੰਧਕ ਸੇਵਾਦਾਰਾਂ ਵੱਲੋਂ ਜੀ ਆਇਆਂ ਨੂੰ। ਨਿੱਕੀਆਂ ਜਿੰਦਾਂ ਵੱਡੇ ਸਾਕੇ ਵਰਤਾਉਣ ਵਾਲੇ ਬਾਬੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਜੋੜ ਮੇਲਾ ਪਰਸੋਂ 27 ਤਰੀਕ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਬਹੁਤ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਜਾਣਾ ਹੈ। ਜਿੱਥੇ ਆਪ ਜੀ ਨੇ ਇਸ ਸਥਾਨ ਤੇ ਹਾਜ਼ਰੀਆਂ ਭਰਨੀਆਂ ਨੇ, ਉੱਥੇ ਆਪ ਜੀ ਨੇ ਸਮਾਗਮ ਦੇ ਵਿੱਚ ਵੀ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਦਿੱਲੀ ਦੇ ਬਾਰਡਰਾਂ ਤੇ ਜੋ ਕਿਸਾਨ ਵੀਰ ਬੈਠੇ ਹਨ, ਉਹਨਾਂ ਵਾਸਤੇ ਅਰਦਾਸ ਕਰੀਏ ਕਿ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਸਿਹਤਯਾਬੀ ਬਖਸ਼ਣ, ਉਹਨਾਂ ਨੂੰ ਆਪਣੇ ਮਿਸ਼ਨ ਵਿੱਚ ਫਤਿਹ ਪ੍ਰਾਪਤ ਹੋਵੇ। ਆਪਾਂ ਸਾਰੇ ਦਿੱਲੀ ਔਰ ਦੇਸ਼ਾਂ ਵਿਦੇਸ਼ਾਂ ਦੇ ਸਿੱਖ, ਅਸੀਂ ਉਹਨਾਂ ਦੀ ਤਨ ਮਨ ਧਨ ਨਾਲ ਸੇਵਾ ਕਰੀਏ, ਉਹਨਾਂ ਦੇ ਨਾਲ ਖੜੇ ਹੋਈਏ। ਉੱਥੇ ਜੋ ਸਮੇਂ ਦੀ ਲੋੜ ਹੈ ਉਹ ਹੈ ਕਿ ਵਾਟਰਪ੍ਰੂਫ ਟੈਂਟ ਹੋਣ, ਤਰਪਾਲਾਂ ਹੋਣ, ਕੰਬਲ ਬਿਸਤਰੇ, ਗਰਮ ਸੂਟ ਹੋਣ, ਜਾਂ ਹੀਟਰ ਪਾਣੀ ਗਰਮ ਕਰਨ ਵਾਲੇ, ਜਾਂ ਹੀਟਰ ਜਿਹੜੇ ਸੇਕਣ ਵਾਲੇ ਹੁੰਦੇ ਨੇ, ਸਰਦੀ ਨੂੰ ਦੂਰ ਕਰਨ ਵਾਲੇ। ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਨਿਸ਼ਾਨ ਸਾਹਿਬ ਦੇ ਕੋਲ ਵਿਸ਼ੇਸ਼ ਕਾਊਂਟਰ ਬਣਾ ਦਿੱਤਾ ਹੈ। ਜੋ ਸੱਜਣ ਉੱਥੇ ਆਪ ਨਹੀਂ ਜਾ ਕੇ ਸਮਾਨ ਦੇ ਸਕਦੇ, ਉਹ ਆਪ ਜੀ ਇੱਥੇ ਸਮਾਨ ਦੇ ਸਕਦੇ ਹੋ। ਤੁਹਾਡੀ ਇੱਕ ਇੱਕ ਵਸਤੂ ਜਿਹੜੀ ਹੈ ਉੱਥੇ ਪਹੁੰਚਦੀ ਕੀਤੀ ਜਾਵੇਗੀ। ਆਓ ਆਪਾਂ ਸਾਰੇ ਯਤਨ ਕਰੀਏ, ਕਿਉਂਕਿ ਲੰਬਾ ਸੰਘਰਸ਼ ਹੈ। ਦਾਸ ਰੋਜ਼ ਬੇਨਤੀ ਕਰਦਾ ਹੈ, 2 ਹੀ ਤਰੀਕੇ ਹੁੰਦੇ ਨੇ, ਜਾਂ ਕਿਸੇ ਸੰਘਰਸ਼ ਨੂੰ ਕ੍ਰਸ਼ ਕਰ ਦਿਓ, ਗੋਲੀਆਂ ਮਾਰ ਦਿਓ, ਤੇ ਦੂਸਰਾ ਤਰੀਕਾ ਹੁੰਦਾ ਹੈ ਕਿ ਉਸ ਨੂੰ ਇੰਨਾ ਲੰਬਾ ਖਿੱਚ ਦਿਓ ਕਿ ਉਹਦੀ ਰੂਹ, ਉਹਦੀ ਆਤਮਾ ਰਸਤੇ ਵਿੱਚ ਦਮ ਤੋੜ ਜਾਏ। ਸੋ ਦੇ ਲੰਮੀ ਨਦਰ ਨਿਹਾਲੀਏ ਦਾ ਮੈਂ ਸਾਰੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਸੰਘਰਸ਼ ਧਿਆਨ ਵਿੱਚ ਰੱਖੋ। ਅੱਕਣਾ ਨਹੀਂ, ਥੱਕਣਾ ਨਹੀਂ, ਰੁਕਣਾ ਨਹੀਂ, ਝੁਕਣਾ ਨਹੀਂ। ਤਾਂ ਸਾਨੂੰ ਬਹੁਤ ਲੰਬਾ ਸੋਚ ਕੇ ਸਾਨੂੰ ਇਸ ਵਿੱਚ ਚੱਲਣਾ ਚਾਹੀਦਾ ਹੈ। ਖਾਸ ਕਰਕੇ ਜਿਹੜਾ ਅੱਜ ਇਸ ਸੰਘਰਸ਼ ਨੇ ਸੁਭਾ ਲਿਆ ਹੈ, ਇਸ ਗੱਲ ਦੀ ਦੁਨੀਆ ਵਿੱਚ ਬੜੀ ਸ਼ੋਭਾ ਹੋਈ ਹੈ ਕਿ ਕੋਈ ਕਾਨੂੰਨ ਨਹੀਂ ਤੋੜਿਆ ਗਿਆ, ਕੋਈ ਵਾਇਲੈਂਸ ਨਹੀਂ ਹੋਈ, ਕੋਈ ਕਿਸੇ ਕਿਸਮ ਦਾ ਕੋਈ ਕੌਮੀ ਨੁਕਸਾਨ ਨਹੀਂ ਕੀਤਾ ਗਿਆ। ਇਸ ਗੱਲ ਦੀ ਬੜੀ ਸ਼ੋਭਾ ਸਿੱਖ ਕੌਮ ਦੀ ਹੋਈ ਹੈ। ਬਾਕੀ ਕੌਮਾਂ ਦੇ, ਬਾਕੀ ਸਟੇਟਾਂ ਦੇ ਕਿਸਾਨ ਵੀਰਾਂ ਦੀ ਵੀ ਇਸ ਗੱਲ ਵਿੱਚ ਬੜੀ ਸ਼ੋਭਾ ਹੈ। ਸੋ ਵਾਹਿਗੁਰੂ ਕਰੇ ਕਿਸਾਨ ਆਪਣੇ ਮਿਸ਼ਨ ਵਿੱਚ ਸਫਲ ਹੋਣ। ਅਗਲੇ ਸਮੇਂ ਲਈ ਸਿੰਘ ਸਾਹਿਬ ਜੀ ਪਾਸੋਂ ਬਾਣੀ ਦੀ ਵਿਚਾਰ ਸਰਵਣ ਕਰੀਏ, ਕਿਉਂਕਿ ਬੜੇ ਦਿਨਾਂ ਤੋਂ ਇਹ ਆਪ ਉੱਥੇ ਕੈਂਪ ਲਾ ਕੇ ਬੈਠੇ ਹਨ। ਇਹ ਵੀ ਆਪ ਜੀ ਨਾਲ ਸਾਂਝ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ।
ਹਿਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨ ਕੀਜੈ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨਾ ਕਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕਉ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੈ ਹੇਤ। ਪੁਰਜਾ ਪੁਰਜਾ ਕਟ ਮਰੈ, ਕਬੂ ਨ ਛਾਡੈ ਖੇਤ। ਸਤਿਗੁਰੂ ਗਰੀਬ ਨਵਾਜ, ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ, ਜੁਗੋ ਜੁਗ ਟਲ ਧੰਨ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਕੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤੋਂ ਵਰੋਸਾਇਆ ਹੋਇਆ ਪਾਵਨ ਸਥਾਨ, ਜਿੱਥੇ ਨਿਤਾ ਪ੍ਰਤੀ ਹੀ ਗੁਰੂ ਕੀਆਂ ਸੰਗਤਾਂ ਗੁਰੂ ਦੀਆਂ ਬਖਸ਼ਾਂ ਪ੍ਰਾਪਤ ਕਰਦੀਆਂ ਹਨ। ਅੱਜ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬਹੁਤ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੀ ਸੇਵਾ ਵਿੱਚ, ਸਿਮਰਨ ਵਿੱਚ, ਨਿਤਨੇ ਵਿੱਚ ਅਥਵਾ ਗੁਰੂ ਕਾ ਮਨੋਹਰ ਕੀਰਤਨ ਸੁਣਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਹੁਣ ਕਥਾ ਦਾ ਸੁਭਾਗ ਸਮਾਂ ਆਇਆ ਹੈ। ਇੱਥੇ ਸਜੀਆਂ ਹੋਈਆਂ ਗੁਰੂ ਕੀਆਂ ਸੰਗਤਾਂ ਵੀ ਅਥਵਾ ਦੇਸ਼ ਵਿਦੇਸ਼ਾਂ ਵਿੱਚ ਸਜੇ ਹੋਏ ਗੁਰੂ ਕੇ ਪਿਆਰੇ ਨਿਤਾ ਪ੍ਰਤੀ ਇਤਿਹਾਸਕ ਲੜੀ ਨਾਲ ਜੁੜਦੇ ਨੇ। ਗੁਰੂ ਕੀ ਕਥਾ, ਬਾਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਨ ਗੁਰੂ ਦਾ ਉਪਦੇਸ਼ ਗ੍ਰਹਿਣ ਕਰਦੇ ਹਨ। ਆਓ ਪ੍ਰੇਮ ਸਹਿਤ ਜੋ ਹਿਡ ਗ੍ਰੰਥੀ ਸਿੰਘ ਸਾਹਿਬ ਜੀ ਨੇ ਆਪ ਜੀ ਨੂੰ ਸ਼ਬਦ ਸਰਵਣ ਕਰਵਾਇਆ ਹੈ। ਸ਼ਲੋਕ ਸਹਿਸ ਕਰਤੀ, ਜੋ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਜੋ ਬੇਨਤੀਆਂ ਕਰਨ ਵਾਸਤੇ ਹਰੀ ਲਾਲ ਸਾਥੀਆਂ ਨਾਲ ਲੈ ਕੇ ਸਤਿਗੁਰੂ ਦੇ ਪਾਸ ਪਹੁੰਚਿਆ ਸੀ। ਹਰੀ ਲਾਲ ਤੇ ਕ੍ਰਿਸ਼ਨ ਲਾਲ ਦੋਨਾਂ ਨੇ ਬੇਨਤੀ ਕੀਤੀ ਸੀ, ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਜੋ ਮਨੁੱਖ ਕਰਮਾਂ ਕਾਰਨ ਇਹ ਸੰਸਾਰ ਦੇ ਵਿੱਚੋਂ ਚਲੇ ਜਾਂਦੇ ਹਨ, ਉਹ ਪਰਲਬਧ ਅਨੁਸਾਰ ਕਰਮ ਭੋਗਦੇ ਹਨ। ਉਹਨਾਂ ਦੇ ਜਾਣ ਤੋਂ ਬਾਅਦ ਨਿਮਿਤ ਉਹਨਾਂ ਦੀ ਰੂਹ ਦੇ ਭਲੇ ਲਈ ਕੀ ਕਰਨਾ ਚਾਹੀਦਾ ਹੈ, ਅਥਵਾ ਉਹਨਾਂ ਦੇ ਹੀ ਬਜ਼ੁਰਗਾਂ ਦੀ ਰੂਹ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਜੋ ਟੇਢੀਆਂ ਜੂਨਾਂ ਵਿੱਚ ਪਏ ਹੋਏ ਹਨ, ਹਰੀ ਚੰਦ, ਕ੍ਰਿਸ਼ਨ ਲਾਲ ਜੀ, ਉਹਨਾਂ ਵਾਸਤੇ ਸਤਿਗੁਰੂ ਦਾ ਜੋ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਉਸ ਦਾ ਜਾਪ, ਉਸ ਦੀ ਵਿਚਾਰ, ਉਸ ਦੇ ਸਿਧਾਂਤ ਨੂੰ ਹਿਰਦੇ ਵਿੱਚ ਵਸਾਉਣ ਨਾਲ ਜਿੱਥੇ ਇਹ ਸੰਸਾਰ ਦੀ ਯਾਤਰਾ ਕਰਦਿਆਂ ਬੜਾ ਭਾਰੀ ਲਾਭ ਹੁੰਦਾ ਹੈ, ਉੱਥੇ ਉਹਨਾਂ ਦੇ ਨਿਮਿਤ ਕੀਤੇ ਹੋਏ, ਉਹਨਾਂ ਦੇ ਚਲੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਨਿਮਿਤ ਕੀਤੇ ਹੋਏ ਇਹ ਜਾਪ ਬਹੁਤ ਭਾਰੀ ਲਾਭਦਾਇਕ ਹੁੰਦੇ ਨੇ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਹਿਸਕ੍ਰਿਤੀ ਦੇ ਸ਼ਲੋਕ ਆਪ ਉਚਾਰ ਕੇ ਸਾਨੂੰ ਬੜਾ ਭਾਰੀ ਉਪਦੇਸ਼ ਦਿੱਤਾ ਹੈ ਕਿ ਮਨੁੱਖ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਦਾ ਹੈ, ਕਿਸ ਤਰ੍ਹਾਂ ਦੀ ਕਰਨੀ ਚਾਹੀਦੀ ਹੈ। ਸਤਿਗੁਰੂ ਜੀ ਨੇ ਇਹ ਉਪਦੇਸ਼ ਦਿੱਤਾ ਹੈ, ਕੇਵਲ ਹਰੀ ਚੰਦ ਕ੍ਰਿਸ਼ਨ ਲਾਲ ਨੂੰ ਹੀ ਨਹੀਂ, ਇਹ ਰਹਿੰਦੀ ਦੁਨੀਆ ਤੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ, ਗੁਰੂ ਕੇ ਜਗਿਆਸੂਆਂ ਨੂੰ, ਸ਼ਰਧਾਲੂਆਂ ਨੂੰ ਸਤਿਗੁਰੂ ਜੀ ਨੇ ਬਹੁਤ ਵੱਡੀ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਮਿਹਰ ਕੀਤੀ ਹੈ। ਸੋ ਆਓ ਪ੍ਰੇਮ ਸਹਿਤ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਪਵਿੱਤਰ ਬਾਣੀ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣ ਹੈ ਨਵੰਤ ਦੁਆਰੰ ਭੀਤ ਰਹਿਤੰ
ਬਾਏ ਰੂਪੰ ਅਸਥੰਭਨ ਹੈ ਕਾਚ ਕੋਟੰ ਰਚੰਤ ਤੋਯੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਕਿਰਪਾ ਕਰਦੇ ਹਨ। ਇਹ ਚੌਥੀ ਪੌੜੀ ਸਹਿਸਕ੍ਰਿਤੀ ਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲੀਆਂ 3 ਪੌੜੀਆਂ ਵਿੱਚ ਸਿਧਾਂਤ ਬਖਸ਼ਿਸ਼ ਕੀਤਾ ਹੈ ਕਿ ਭਾਈ ਹੈ ਮਨੁੱਖ, ਕਦੋਂ ਕਦੇ ਤੇਰੀ ਮਾਤਾ ਹੈ, ਕਦੋਂ ਕਦੇ ਪਿਤਾ ਹਨ, ਕਦੋਂ ਕਦਾ ਤੇਰਾ ਕੁਟੁੰਬ ਮਿੱਤਰ ਦੋਸਤ, ਇਹਨਾਂ ਦਾ ਸੰਬੰਧ ਤੇਰਾ ਕਦੋਂ ਦਾ ਬਣਿਆ? ਜਦੋਂ ਤੂੰ ਇਸ ਸੰਸਾਰ ਵਿੱਚ ਸਰੀਰ ਧਾਰਨ ਕੀਤਾ, ਅਥਵਾ ਉਸ ਤੋਂ ਬਾਅਦ ਵੀ ਜਦੋਂ ਤੈਨੂੰ ਇਹ ਸਮਝ ਪਈ ਸੰਸਾਰ ਵਿੱਚ ਆਪਣੇ ਰਿਸ਼ਤਿਆਂ ਦੀ, ਤੇਰਾ ਸੰਬੰਧ ਉਦੋਂ ਬਣਿਆ। ਪਰ ਤੂੰ ਤੇ ਕਈ ਜਨਮ ਪਾਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰੰਗਾ ਪਾਉਂਦਾ ਆਇਆ। ਸੋ ਇਸ ਵਾਸਤੇ ਇਹ ਸੰਬੰਧੀ ਤੇਰੇ ਸਾਥ ਨਿਭਣ ਤੱਕ ਸਾਥੀ ਨਹੀਂ ਹਨ, ਕੁਝ ਸਮੇਂ ਦੇ ਸਾਥੀ ਹਨ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਸਮਝਾਉਣਾ ਕੀਤਾ ਹੈ। ਅੱਜ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਸ ਸਰੀਰ ਦਾ ਤੂੰ ਬਹੁਤ ਮਾਣ ਕਰਦਾ ਹੈ, ਜਿਸ ਨੂੰ ਤੂੰ ਬਹੁਤ ਸੁਰੱਖਿਅਤ ਰੱਖਣਾ ਚਾਹੁੰਦਾ ਹੈ, ਤੰਦਰੁਸਤ ਰੱਖਣਾ ਚਾਹੁੰਦਾ ਹੈ, ਜਿਹਨੂੰ ਤੂੰ ਬਹੁਤ ਜਿਸ ਦਾ ਸੁਹੱਪਣ ਬਣਾਉਣਾ ਚਾਹੁੰਦਾ ਹੈ ਕਿ ਮੈਂ ਚੰਗਾ ਦਿਸਾਂ, ਸੋਹਣਾ ਦਿਸਾਂ, ਔਰ ਆਪਣੇ ਉੱਪਰ ਆਪਣੇ ਰੂਪ ਦਾ ਮਾਣ ਵੀ ਕਰਦਾ, ਅਭਿਮਾਨ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਓ ਤੈਨੂੰ ਦੱਸੀਏ ਕਿ ਇਹ ਤੇਰਾ ਸਰੀਰ ਕਿਸ ਤਰ੍ਹਾਂ ਦਾ ਹੈ, ਇਸ ਦੀ ਬਨਾਵਟ ਕੀ ਹੈ, ਅਕਾਲ ਪੁਰਖ ਨੇ ਕਿਵੇਂ ਇਹਦੀ ਚੇਤਨ ਸਤਾ ਦੇ ਦੁਆਰਾ ਇਹਨੂੰ ਸੰਸਾਰ ਵਿੱਚ ਚੱਲਦਾ ਫਿਰਦਾ ਰੱਖਿਆ ਹੈ, ਕਿਹੋ ਜਿਹੀ ਇਹਦੀ ਬਣਤਰ ਬਣਾਈ ਹੈ। ਸਤਿਗੁਰੂ ਜੀ ਕਿਰਪਾ ਕਰਦੇ ਹਨ। ਕਾਚ ਕੋਟੰ ਰਚੰਤ ਤੋਯੰ। ਹਜ਼ੂਰ ਫਰਮਾਉਂਦੇ ਹਨ ਕਿ ਇਹ ਕੱਚਾ ਕਿਲਾ ਹੈ। ਕਾਚ ਕੋਟੰ ਰਚੰਤ ਤੋਯੰ, ਕਹਿੰਦੇ ਇਹਦੀ ਰਚਨਾ ਸਮਝ ਪਾਈ ਕਿਸ ਤਰ੍ਹਾਂ ਦੀ ਰਚਨਾ ਹੈ। ਇਹ ਕੱਚੇ ਕਿਲੇ ਦੀ ਰਚਨਾ ਕਿਹੋ ਜੀ, ਜਿਹੜਾ ਤੇਰਾ ਸਰੂਪ ਕਿਲਾ ਹੈ ਇਹ ਕੱਚਾ ਹੈ। ਕੱਚੇ ਵੀ ਕਈ ਬੜੇ ਮਜ਼ਬੂਤ ਹੁੰਦੇ ਹਨ, ਪਰ ਮਹਾਰਾਜ ਕਹਿੰਦੇ ਰਚੰਤ ਤੋਯੰ। ਤੋਏ ਨਾਮ ਹੁੰਦਾ ਹੈ ਪਾਣੀ ਦਾ। ਜੈਸੇ ਪਾਣੀ ਨਾਲ ਇੱਟਾਂ ਗੁੰਨ ਕੇ ਕੱਚੇ ਕਿਲੇ ਬਣਾਏ ਜਾਂਦੇ ਹਨ, ਮਹਾਰਾਜ ਕਹਿੰਦੇ ਉਹਦੇ ਤੋਂ ਵੀ ਕੱਚਾ ਹੈ। ਰਚੰਤ ਤੋਯੰ, ਤੋਏ ਨਾਮ ਪਾਣੀ ਦਾ ਹੈ। ਕਹਿੰਦੇ ਭਾਈ ਤੂੰ ਪਿਤਾ ਦੀ ਬਿੰਦ ਮਾਤਾ ਦੀ ਰਕਤ ਦਾ ਸਜਿਆ ਹੋਇਆ, ਤੈਨੂੰ ਇਹਦੇ ਵਿੱਚ ਗੁੰਨ ਕੇ ਇਹਦੇ ਵਿੱਚੋਂ ਤੇਰੀ ਸਿਰਜਣਾ ਕੀਤੀ ਹੈ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਇਹੋ ਜੀ ਤੇਰੀ ਰਚਨਾ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਅਪਾਰਾ। ਕਹਿੰਦੇ ਤੇਰੀ ਇਹੋ ਜੀ ਸੂਰਤ ਬਣਾਈ ਹੈ। ਸੋ ਆਪ ਕਿਰਪਾ ਕਰਦੇ ਹਨ ਕਿ ਇਸ ਦੀ ਹੋਰ ਕਿਹੋ ਜੀ ਬਨਾਵਟ ਹੈ। ਲੇਪਨੰ ਰਕਤ ਚਰਮਣ ਹੈ। ਕਹਿੰਦੇ ਭਾਈ ਇਹ ਤੇਰੀਆਂ ਜਿਹੜੀਆਂ 5 ਤੱਤ ਦੀਆਂ ਹੱਡੀਆਂ ਬਣਾਈਆਂ, ਇਹਦੇ ਵਿੱਚ ਰਕਤ ਤੇ ਮਿਰਜ ਦਾ ਜੋ ਰਕਤ ਤੇ ਬੁੰਦ ਦਾ ਗਾਰਾ ਬਣਾਇਆ ਗਿਆ, ਇਹ ਸਾਰੀ ਕੱਚੀ ਸਮੱਗਰੀ ਨੂੰ ਫਿਰ ਚਮੜੀ ਦੇ ਨਾਲ ਲਿਪ ਦਿੱਤਾ। ਜੇ ਚਮੜੀ ਨਾਲ ਨਾ ਲਿਪਦੇ, ਜੇ ਕਿਸੇ ਕਾਰਨ ਕਿਸੇ ਸੱਟ ਵੱਜਣ ਦੇ ਨਾਲ, ਕੋਈ ਐਕਸੀਡੈਂਟ ਦੇ ਨਾਲ ਸਰੀਰ ਤੋਂ ਕਿਤੇ ਚਮੜੀ ਲੱਥ ਜਾਏ ਤੇ ਅੰਦਰੋਂ ਸਰੀਰ ਕਿਹੋ ਜਿਹਾ ਦਿਸਦਾ ਹੈ ਆਪਾਂ ਨੂੰ ਪਤਾ ਹੈ। ਜਾਂ ਡਾਕਟਰ ਕੋਈ ਸਰਜਰੀ ਕਰਦੇ ਹਨ ਤਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕਰ ਦਿੰਦੇ ਆ ਕਿ ਤੁਹਾਤੋਂ ਦੇਖਿਆ ਨਹੀਂ ਜਾਣਾ, ਤੁਸੀਂ ਬਾਹਰ ਚਲੇ ਜਾਓ। ਸਿਰਫ ਉਦੋਂ ਚਮੜੀ ਕੱਟ ਕੇ ਉੱਪਰੋਂ ਸਰੀਰ ਦੇ ਅੰਦਰ ਦੇ ਕਿਸੇ ਅੰਗ ਦੀ ਸਰਜਰੀ ਕਰਨੀ ਹੁੰਦੀ ਆ। ਪਰ ਮਹਾਰਾਜ ਕਹਿੰਦੇ ਭਾਈ ਦੇਖੋ ਤੇਰੇ ਸਰੀਰ ਦੀ ਬਣਤਰ ਬਣਾ ਕੇ ਅੰਗ ਪ੍ਰਤੰਗ ਥਾਵਾਂ ਥਾਵਾਂ ਤੇ ਕਿਸ ਤਰ੍ਹਾਂ ਮਹਾਰਾਜ ਨੇ ਸਜਾਏ ਹਨ। ਅੱਖਾਂ ਬਣਾਈਆਂ ਹਨ, ਸੋ ਪੈਰ ਬਣਾਏ, ਸਰੀਰ ਬਣਾਇਆ, ਨੌਨੇਰੀ ਦ੍ਰਿ ਬਣਾ ਕੇ ਤੇ ਫਿਰ ਇਹਨੂੰ ਲਿਪਣਾ ਕਰ ਦਿੱਤਾ, ਇਹਦੀ ਲੇਪ ਕਰ ਦਿੱਤੀ ਚਮੜੀ ਦੀ।
ਜਿਹੜੀ ਚਮੜੀ ਦੇ ਉੱਪਰ ਤੂੰ ਹੰਕਾਰ ਕਰਦਾ ਹੈ, ਥੋੜਾ ਜਿਹਾ ਰੰਗ ਚਮੜੀ ਦਾ ਹੋਰ ਕਿਸਮ ਦਾ ਹੋਵੇ, ਕਾਲਾ ਹੋਵੇ, ਗੋਰਾ ਹੋਵੇ, ਉਹਦੇ ਤੇ ਰੰਗ ਰੂਪ ਦੇ ਉੱਪਰ ਹੀ ਅਭਿਮਾਨ ਕਰਨ ਲੱਗ ਪੈਂਦਾ। ਨਹੀਂ, ਕਹਿੰਦੇ ਤਾਂ ਤੈਨੂੰ ਚਮੜੀ ਦੇ ਨਾਲ ਲਿਪਿਆ ਹੋਇਆ ਹੈ, ਤਾਂ ਕਿ ਤੇਰੀ ਜਿਹੜੀ ਅੰਦਰ ਦੀ ਬਣਾਵਟ ਹੈ, ਖੂਨ ਦਾ ਸਰਕਲ ਹੈ, ਜੋ ਮਿੱਝ ਦਾ ਅੰਦਰ ਸਰਕਲ ਬਣਿਆ ਹੋਇਆ, ਜਿਹਦੇ ਦੁਆਰਾ ਤੇਰੇ ਸਰੀਰ ਨੂੰ ਲੋੜੀਂਦੇ ਤੱਤ ਚਾਹੀਦੇ ਹਨ, ਉਹਨੂੰ ਸਾਂਭਣ ਵਾਸਤੇ ਤੈਨੂੰ ਚਮੜੀ ਨਾਲ ਲਿਪਿਆ ਹੋਇਆ ਹੈ। ਨਵੰਤ ਦੁਆਰੰ ਭੀਤ ਰਹਿਤੰ। ਕਹਿੰਦੇ ਦੇਖ, ਜਿਹੜਾ ਤੇਰਾ ਕਿਲਾ ਬਣਿਆ ਨਾ, ਇਹਦੇ 9 ਦਰਵਾਜ਼ੇ ਆ। ਕਹਿੰਦੇ ਪਰ ਇਹ ਕੰਧਾਂ ਤੋਂ ਬਿਨਾਂ ਤੇਰਾ ਕਿਲਾ, ਇਹਦੇ ਵਿੱਚ ਕੋਈ ਕੰਧ ਨਹੀਂ ਕੱਢੀ ਹੋਈ। ਕਿਲਿਆਂ ਦੀਆਂ, ਮਕਾਨਾਂ ਦੀਆਂ ਮਜ਼ਬੂਤ ਨੀਆਂ ਰੱਖ ਕੇ ਕੰਧਾਂ ਕੱਢੀਆਂ ਜਾਂਦੀਆਂ। ਕਹਿੰਦੇ ਵੇ ਤੇਰਾ ਕਿਲਾ ਕਿਹੋ ਜਿਹਾ ਬਣਾਇਆ ਹੈ। ਸੋ ਇਹਦੀਆਂ ਜੋ 9 ਦਰਵਾਜ਼ੇ ਨੇ, 9 ਗੋਲਕਾਂ ਵੀ ਕਹਿ ਦਿੰਦੇ ਹਾਂ, ਜਿਹੜੀਆਂ ਹਰ ਮਨੁੱਖ ਦੇ ਹਨ, ਕਿਉਂਕਿ 9 ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਹਾਇਆ। ਇਹ ਜਿਹੜੇ 9 ਹੈ ਨਾ, 2 ਅੱਖਾਂ, 2 ਨਾਸਕਾਂ, ਇਸੇ ਤਰ੍ਹਾਂ ਜ਼ੁਬਾਨ, ਕੰਨ, ਸੋ ਗੁਪਤੰਗ, ਸਾਰੇ ਜਿੰਨੀਆਂ ਇਹ 9 ਗੋਲਕਾਂ ਰੱਖੀਆਂ ਨੇ। ਮਹਾਰਾਜ ਕਹਿੰਦੇ ਇਹਦੇ ਕੋਈ ਦਰਵਾਜ਼ੇ ਨਹੀਂ ਨਾ, ਇਹਨਾਂ ਗੋਲਕਾਂ ਦੇ ਸਾਰੀਆਂ ਖੁੱਲੀਆਂ ਹੀ ਆ। ਦੇਖ ਤੇਰੇ ਦਰਵਾਜ਼ੇ ਵੀ ਲਾਏ ਨੇ, ਤੇਰੀਆਂ 9 ਗੋਲਕਾਂ ਬਣਾਈਆਂ, 9 ਰਸਤੇ ਬਣਾਏ ਨੇ, ਪਰ ਇਹਨਾਂ ਰਸਤਿਆਂ ਤੇ ਰੁਕਾਵਟ ਕੋਈ ਨਹੀਂ। ਪਤਾ ਨਹੀਂ ਕਿਹੜੇ ਰਸਤੇ ਦੇ ਰਾਹੀਂ ਤੇਰੇ ਪ੍ਰਾਣ ਖਤਮ ਹੋ ਜਾਣੇ, ਨਿਕਲ ਜਾਣੇ ਨੇ। ਇਸ ਵਾਸਤੇ ਤੂੰ ਕਿਹਦਾ ਮਾਣ ਕਰਦਾ ਹੈ? ਇਸ ਵਾਸਤੇ ਭਾਈ ਇਹ 9 ਦਰਵਾਜ਼ਿਆਂ ਵਾਲਾ ਤੇਰਾ ਸਰੀਰ ਹੈ, ਜਿਸ ਦਾ ਕੋਈ ਦਰਵਾਜ਼ਾ ਨਹੀਂ ਹੈ। ਆਏ ਰੂਪੰ ਅਸਥੰਭਨ ਹੈ। ਸੋ ਮਹਾਰਾਜ ਕਹਿੰਦੇ ਇਹ ਕੰਧ ਤੋਂ ਬਿਨਾ ਹੈ, ਸੋ ਇਹਦੇ ਵਿੱਚ ਕੋਈ ਥੰਮਾ ਨਹੀਂ। ਤੇ ਫਿਰ ਜਿਹੜਾ ਥੰਮਲਾ ਕਹਿੰਦੇ ਕਾਹਦਾ ਭਾਈ, ਬਾਏ ਰੂਪ ਅਸਥੰਭਣਾ ਹੈ। ਕਹਿੰਦੇ ਇਹਦੇ ਚ ਹਵਾ ਦਾ ਥੰਮਾ ਹੈ। ਤੇ ਆਪਾਂ ਹਵਾ ਤੋਂ ਤਾਂ ਵੈਸੇ ਹੀ ਡਰਦੇ ਵੀ ਤੇਜ਼ ਹਨੇਰੀ ਆ ਜਾਵੇ, ਕਈ ਮਕਾਨ ਡਿੱਗ ਪੈਂਦੇ ਨੇ, ਕਈ ਵੱਡੀਆਂ ਵੱਡੀਆਂ ਬਿਲਡਿੰਗਾਂ ਡਿੱਗ ਪੈਂਦੀਆਂ। ਹਜ਼ੂਰ ਕਹਿੰਦੇ ਨੇ ਇਹ ਤਾਂ ਥੰਮਲਾ ਹੀ ਹਵਾ ਦਾ ਹੈ, ਜਿਹੜੀ ਹਵਾ ਤੋਂ ਹੋਰ ਤੇਜ਼ ਵੇਗ ਦੇ ਨਾਲ ਕਈ ਮਕਾਨ ਡਿੱਗ ਪੈਂਦੇ ਨੇ। ਤੇ ਤੇਰਾ ਤਾਂ ਵਜੂਦ ਹੀ ਇਸ ਤੇ ਖੜਾ ਹੈ। ਹਰ ਜਪਦਿਆਂ ਖਿਨ ਢਹਿਲਣਾ ਕੀ ਚਾਹੀ, ਮੇਰੀ ਜਿੰਦੜੀਏ ਮਤ ਕਿਵ ਜਾਪੈ, ਸਾਹੁ ਆਵੈ ਕੀ ਨਾ ਆਵੈ ਰਾਮ। ਕਹਿੰਦੇ ਜਿਹੜੇ ਤੇਰੇ ਸਵਾਸ ਚੱਲਦੇ ਆ ਨਾ, ਇਹ ਹਵਾ ਦੇ ਨੇ, ਤੇ ਹਵਾ ਦੇ ਆਸਰੇ ਤੂੰ ਖੜਾ ਹੈ, ਇਹਨਾਂ ਸਵਾਸਾਂ ਦੇ ਆਸਰੇ ਖੜਾ ਹੈ। ਜਦੋਂ ਤੇਰੇ ਸਵਾਸ ਰੁਕ ਜਾਣਗੇ ਤਾਂ ਫਿਰ ਇਹ ਸਮਾਂ, ਇਹ ਤੇਰਾ ਜਿਹੜਾ ਕਿਲਾ ਹੈ, ਇਹ ਡਿੱਗ ਪਏਗਾ, ਕੋਈ ਇਸ ਨੂੰ ਰੋਕ ਨਹੀਂ ਸਕਦਾ। ਸਤਿਗੁਰੂ ਜੀ ਨੇ ਇਹ ਵੀ ਫਰਮਾਇਆ ਹੈ ਕਿ ਇਹ ਗਿਣਤੀ ਦੇ ਸਵਾਸ ਨੇ। ਜਿਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਇਹ ਸਾਹ ਲਿਖੇ ਗਏ ਉਸ ਦਿਨ ਵੀ ਇੰਨੇ ਹੀ ਸਾਹ ਲੈਣੇ ਆ, ਇਹ ਵਧਨੇ ਘਟਨੇ ਨਹੀਂ ਹਨ। ਤੇ ਫਿਰ ਤੂੰ ਕਦੇ ਇਸ ਨੂੰ ਸੋਚਿਆ? ਜਿਨ੍ਹਾਂ ਨੇ ਭਾਈ ਸੋਚਿਆ ਨਾ ਵੀ ਇਹ ਕੱਚਾ ਕਿਲਾ ਹੈ, ਪਰ ਇਹਦੇ ਤੋਂ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ, ਬਹੁਤ ਕੁਝ ਧਰਮ ਦੀ ਸੇਵਾ ਕੀਤੀ ਜਾ ਸਕਦੀ ਹੈ, ਕੁਰਬਾਨੀ ਕੀਤੀ ਜਾ ਸਕਦੀ ਹੈ, ਬੰਦਗੀ ਕੀਤੀ ਜਾ ਸਕਦੀ ਹੈ, ਸਿਮਰਨ ਕੀਤਾ ਜਾ ਸਕਦਾ ਹੈ, ਸੇਵਾ ਕੀਤੀ ਜਾ ਸਕਦੀ ਹੈ, ਪਰਉਪਕਾਰ ਕੀਤਾ ਜਾ ਸਕਦਾ ਹੈ। ਜਿਹੜੇ ਕਹਿੰਦੇ ਇਸ ਕਿਲੇ ਨੂੰ ਸਮਝ ਲੈਂਦੇ ਆ ਨਾ ਕਿ ਇਹ ਹੈ ਵੀ ਕੱਚਾ ਕਿਲਾ ਤੇ ਮਿਲਿਆ ਵੀ ਕੁਝ ਸਮੇਂ ਲਈ ਹੈ, ਤੇ ਉਸ ਸਮੇਂ ਦਾ ਭੇਦ ਵੀ ਨਹੀਂ ਕਿ ਕਿੰਨੇ ਕੁ ਸਮੇਂ ਲਈ ਸਾਨੂੰ ਮਿਲਿਆ ਹੋਇਆ ਹੈ। ਅੱਜ ਜਿਹੜੇ ਦਿਹਾੜਿਆਂ ਨੂੰ ਸਿੰਘ ਸਾਹਿਬ ਜੀ ਨੇ ਯਾਦ ਕਰਵਾਇਆ, ਸਾਧ ਸੰਗਤ ਜੀ, ਵੈਸੇ ਤੇ 8 ਮਹੀਨਿਆਂ ਤੋਂ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਿਆ ਹੋਇਆ ਸੀ, ਸਾਰੇ ਹਰ ਦਿਨ ਹੀ ਕੁਰਬਾਨੀ ਭਰਿਆ ਸੀ। ਪਰ 7 ਪੋਹ ਤੋਂ ਲੈ ਕੇ 13 ਪੋਹ ਤੱਕ ਦੇ ਜਿਹੜੇ ਦਿਨ ਨੇ, ਇਹ ਬਹੁਤ ਹੀ ਹਿਰਦੇ ਵੇਦਕ ਨੇ। ਜਦੋਂ ਅਸੀਂ ਸੰਸਾਰਕ ਬਿਰਤੀ ਨਾਲ ਦੇਖਦੇ ਹਾਂ, ਤੇ ਜਦੋਂ ਅਸੀਂ ਉਸ ਕਲਗੀਧਰ ਪਿਤਾ ਦੇ ਇਤਿਹਾਸ ਵੱਲ ਦੇਖਦੇ ਹਾਂ, ਜਿਨ੍ਹਾਂ ਨੇ ਆਪ ਆਪਣੀ ਕਲਮ ਨਾਲ ਲਿਖ ਦਿੱਤਾ, ਮੈਂ ਹੂੰ ਪਰਮ ਪੁਰਖ ਉਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਤੇ ਉਹਨਾਂ ਵਾਸਤੇ ਬਹੁਤ ਹੀ ਇਹ ਮਾਣ ਵਾਲੇ ਦਿਨ ਨੇ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਇਤਿਹਾਸ ਸਿਰਜਿਆ ਹੈ ਤੇ ਸਾਨੂੰ ਦਰਸਾਇਆ ਹੈ। ਮੈਂ ਕੁਝ ਕੁ ਬੇਨਤੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਕਰਕੇ
क्योंकि इन्हां 2 दिनां दे विच मैं कोशिश करांगा कि चारां ही साहिबजादियां दी कुर्बानी बारे कुछ ना कुछ दस्सिया जा सके, क्योंकि पिछले दिनों तो भी ਜਿਹੜੇ विद्वान वीर आउंदे रहे ने उन्हां ने आप नाल साਂਝਾਂ पाईਆਂ ने, आउण वाले दिनों च भी पाउणगे। सो सतगुरु पातशाह जी ने जो वचन कीते सन, 1.25 लाख से एक लड़ाओ तब गोबिंद सिंह नाम कहाऊं, उस वेले शायद ये जापदा होवे कि चढ़दी जवानी है सतगुरु जी दी, ये जोश दे विच सिखां नूं उत्साह भरन वास्ते ये वचन कह रहे ने। पर नहीं भाई, सतगुरु पातशाह की रचना तो निकलिया होया एक एक वचन सत है, वो उपदेश है, वो परोपकारी है। सतगुरु ने जो ये वचन कहे 1.25 लाख सेक लड़ाओ, तो फिर सानू सबना नू सतगुरु जी ने करके दिखाए। जदों सतगुरु पातशाह जी ने आनंदगढ़ का किला छड्डिया, दुश्मन लोगों ने, जरनैलों ने, जिहदे विच पहाड़िए भी सन हिंदू राजे, ते जिहदे विच औरंगजेब दे थापे हुए कई स्टेटां दे वजीर सन, राजे सन। सो जिन्हां ने बड़ी वड्डी पद्धर ते घेरा पाया सी, कसमां खाधियां कुरान दियां, गऊ दे आटे दियां गऊआं बना के नाल चिट्ठियां लिखियां कि सतगुरु जी असीं सुगंध खा के आप जी नाल वचन करदे हां। इत्ते इतिहासकारां ने वखर वरखे ख्याल लिखे ने जो बड़ी चढ़दी कला दे ने। पर सतगुरु पातशाह जी ने, क्योंकि सारे धर्मां दा सतगुरु जी सत्कार करते सन, हजूर पातशाह जी इन्हां बेईमानां दी इस चाल नूं समझदे सन, पर यह दर्शाउण लई कि धर्म दा जिथे वास्ता पाया गया है तो सतगुरु ने उहदा भी सत्कार रखिया कि कुरान दी कसम खाधी, आटे दियां गऊआं बना के उसदियां कसमां खाधियां ते पत्रिकावां लिखियां। पत्रिकावां किहदे वल्लों सी? औरंगजेब वल्लों। सतगुरु ने जिहदा जफरनामे दे विच जाके जिक्र कीता ना कि तू जेड़े मैनू लिखती भरोसे दिते सी तोड़ दिते, तू धर्मी रहा नहीं। रहो विचार, औरंगजेब वल्लों पत्रिका लिखी गई सी कि ये साडे राज दी अपमान दी गल है, सतगुरु जी आप जी बेपरवाह हो, तुसी आनंदपुर साहब छड्ड दो, बाकी देश में जिथे भी रहो तुहाडी कोई वाह वल नहीं देखेगा, तुहाडे ते कोई हमला नहीं होवेगा। सतगुरु ने सिखां नूं बहुत सिंघां नूं समझाया कि ये सब चालां ने, ये भी सानूं समझाउण वास्ते सी। गुर कहिया साकार कमावो, गुर की करनी काहे धावो, कि भाई गुरु जो कहंदा है उहनूं मन्नो। सो ये सानू महाराज ने उपदेश बख्शिश करना सी, आप ते जानी जान सन। सो बहुता ही समझाउण तो जिवें जिवें कहा कि महाराज जी हुण ते दुश्मन जिहड़े हन वो भी मिहनत करते हैं, जंगबंदी का ऐलान करते हैं, आपां किते होर जाके रह लांगे। माता जी नूं कहा गया, माता गुजरी जी ने भी कहा। सो ये सारे संबंध नूं दर्शाउण वास्ते सतगुरु पातशाह जी ने, चलो भाई ਸਿੰਘੋ जे तुसीं कहंदे हो तो आपां किला छड्ड दिंदे हां, आनंदपुर ही छड्ड दित्ती सतगुरु ने। 7 पोह की रात नूं 6 पोह की रात नूं सतगुरु पातशाह जी ने आनंदपुर साहब छड्ड दित्ता। 7 पोह नूं परिवार का विछोड़ा पै गया। सतगुरु पातशाह जी छोटे वड्डे साहिबजादियां समेत आप सरसा नदी पार कर गए। छोटे साहिबजादे धन माता गुजरी जी रसोईया गंगू ब्राह्मण नूं नाल लेके वो उत्थों अलग विछड़ गए। माता सुंदरी जी, माता साहिबदेवा कौर जी, ये भाई मणी सिंह जी दे नाल अलग पासे नूं इधर हरिद्वार तो हुंदे होए दिल्ली पहुंच गए। सतगुरु पातशाह जी जदों चमकौर पहुंचे, रस्ते विच बड़े भयानक युद्ध होए। सरसा पार करदिआं दिन दा चढ़ा होया सी। सतगुरु पातशाह जी ने उत्थे आसा दी वार दा कीर्तन कीता, आप कीता सतगुरु महाराज ने। सतगुरु नूं कहा गया कि पिछे बड़ा भारी युद्ध का लश्कर चढ़िया होया है, महाराज कहंदे कोई परवाह ना करो, गुरु के सूरमे वो युद्ध भी संभाल लैणगे, पर जो नियम की मर्यादा है वो भी नहीं छड्डनी। आसा दी वार दा कीर्तन किया। सतगुरु पातशाह जी शामां पैंदियां नूं चमकौर साहब पहुंचे ने, एक बाग में उतारा किया। उत्थे भाई बुद्धि चंद जिसकी हवेली सी उन्हें आके बेनती की, सतगुरु जी खुले मैदान नालों आप चंगा है,
ਸਾਡੀ ਹਵੇਲੀ ਵਿੱਚ ਠਹਿਰੋ, ਉੱਥੇ ਵਿਸਰਾਮ ਕਰੋ। ਸਤਿਗੁਰੂ ਪਾਤਸ਼ਾਹ ਜੀ ਉਹਦੀ ਬੇਨਤੀ ਮੰਨ ਕੇ ਹਵੇਲੀ ਵਿੱਚ ਗਏ। ਬੜੀਆਂ ਵੱਡੀਆਂ ਕੁਰਬਾਨੀਆਂ ਨੇ। ਬੁੱਧੀ ਚੰਦ ਨੂੰ ਕਿਹੜਾ ਪਤਾ ਨਹੀਂ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਲ੍ਹਾ ਛੱਡ ਦਿੱਤਾ, ਅਨੰਦਪੁਰ ਸਾਹਿਬ ਛੱਡ ਦਿੱਤਾ, ਪਿੱਛੇ ਫੌਜਾਂ ਚੜੀਆਂ ਹੋਈਆਂ ਹੈ, ਬੜਾ ਭਿਆਨਕ ਸਮਾਂ ਹੈ, ਤੇ ਇਹਨਾਂ ਨੂੰ ਹਵੇਲੀ ਦੇਣੀ ਖਤਰੇ ਤੋਂ ਖਾਲੀ ਨਹੀਂ। ਪਰ ਸਤਿਗੁਰੂ ਜੀ ਨਾਲ ਪ੍ਰੇਮ ਹੀ ਇੰਨਾ ਸੀ ਕਿ ਜਿਹੜੇ ਸਦੀਆਂ ਤੋਂ ਲਤਾੜੇ ਹੋਏ ਵਿਅਕਤੀਆਂ ਨੂੰ, ਲਤਾੜੀਆਂ ਹੋਈਆਂ ਕੌਮਾਂ ਨੂੰ, ਲਤਾੜੀਆਂ ਹੋਈਆਂ ਜਾਤਾਂ ਨੂੰ ਮਹਾਰਾਜ ਨੇ ਸਵੈ ਮਾਣ ਬਖਸ਼ਿਆ, ਜਿਉਣ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਭਾਗ ਅਹਿਸਾਸ ਬਖਸ਼ਿਸ਼ ਕੀਤਾ। ਉਹ ਸਭ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਕੁਰਬਾਨ ਜਾਣ ਵਾਲੀਆਂ ਰੂਹਾਂ ਸਨ। ਸੋ ਸਤਿਗੁਰੂ ਜੀ ਨੂੰ ਹਵੇਲੀ ਬਖਸ਼ੀ। ਸਤਿਗੁਰੂ ਜੀ ਹਵੇਲੀ ਵਿੱਚ ਪ੍ਰਵੇਸ਼ ਹੋਏ। ਸਾਰੇ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ 40 ਸਿੰਘ ਹੀ ਬਚੇ ਇਹ ਉਪਦੇਸ਼ ਦਿੱਤਾ ਸੀ ਕਿ ਗੁਰੂ ਕੇ ਖਾਲਸਾ ਜੀ ਇਸ ਗੱਲ ਨੂੰ ਮਨ ਵਿੱਚ ਦ੍ਰਿੜ ਕਰਕੇ ਰੱਖਿਓ ਕਿ ਕਿਸੇ ਵੀ ਹਾਲਤ ਵਿੱਚ ਜਿਉਂਦੇ ਜੀ ਦੁਸ਼ਮਣ ਦੇ ਹੱਥ ਨਹੀਂ ਆਉਣਾ। ਯੁੱਧ ਦਾ ਇਹ ਧਰਮ ਹੈ। ਇਹ ਨਹੀਂ ਦੇਖਣਾ ਕਿ ਗਿਣਤੀ ਕਿੱਧਰ ਜ਼ਿਆਦਾ ਹੈ, ਪਰ ਜੂਝ ਕੇ ਸ਼ਹੀਦ ਹੋ ਜਾਣਾ, ਦੁਸ਼ਮਣ ਦੇ ਆਹੂ ਲਾਉਣੇ ਤੇ ਅੰਤ ਤੱਕ ਯੁੱਧ ਲੜਨਾ। ਯੁੱਧ ਦਾ ਅਸੂਲ ਹੀ ਇਹ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਵੀ ਰਚਾਇਆ, ਤਨ ਜਨਮ ਤਾਂ ਹੀ ਗੁਣਾ, ਨਾ ਨਿਵੈ ਨਾ ਫੁਣ ਸੰਚਰੈ। ਕਹਿੰਦੇ ਜਦੋਂ ਯੁੱਧ ਦਾ ਸਮਾਂ ਹੋਵੇ ਨਾ ਉਦੋਂ ਨਿਉਵੇਂ ਤੇ ਨਾ ਉਦੋਂ ਸੰਚਰੈ ਸਮਝੌਤਾ ਕਰੇ, ਉਦੋਂ ਤੇ ਫਿਰ ਸਨਮੁਖ ਹੋ ਕੇ ਲੜੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀਰ ਬਹਾਦਰਾਂ ਯੋਧਿਆਂ ਨੂੰ ਇਹ ਉਪਦੇਸ਼ ਦਿੱਤਾ। ਜੱਥੇ ਬਣਾਏ, ਅਲੱਗ-ਅਲੱਗ ਥਾਂ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਡਿਊਟੀਆਂ ਲਾਈਆਂ। ਸਤਿਗੁਰੂ ਨੇ ਐਸਾ ਜੋਸ਼ ਭਰਿਆ, ਦਿਨ ਚੜ੍ਹਦੇ ਨੂੰ ਪਤਾ ਸੀ ਕਿ 10 ਲੱਖ ਦਾ ਘੇਰਾ ਹੈ। ਲੱਖ ਵਿਦਵਾਨਾਂ ਨੇ ਕੀ, ਗੁਰੂ ਸਾਹਿਬ ਨੇ ਆਪ ਵੀ ਜਫਰਨਾਮੇ ਦੇ ਵਿੱਚ ਦਾ ਜ਼ਿਕਰ ਕੀਤਾ ਹੈ ਕਿ 10 ਲੱਖ ਦਾ ਘੇਰਾ ਸੀ ਉੱਥੇ। ਹੁਣ ਇੱਥੇ ਸਤਿਗੁਰੂ ਜੀ ਨੇ ਬਚਨ ਸੱਚੇ ਕਰਨੇ ਨੇ, ਦਿਖਾਉਣੇ ਨੇ ਸਾਨੂੰ ਕਿ ਜੋ ਕਿਹਾ ਸੀ 1.25 ਲੱਖ ਸੀ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਦਿਨ ਚੜ੍ਹਦੇ ਨੂੰ ਬੜਾ ਭਿਆਨਕ ਯੁੱਧ ਹੋਇਆ। ਢੰਡੋਰਾ ਪਿੱਟਿਆ ਵਜੀਦ ਖਾਨ ਦੇ ਅਹਿਲਕਾਰਾਂ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਆਪ ਨੂੰ ਪੇਸ਼ ਕਰ ਦੇਣ ਤਾਂ ਇਹਨਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ। ਤੇ ਮਹਾਰਾਜ ਸਾਹਿਬ ਨੇ ਰਣ ਸਿੰਘੇ ਵਜਾ ਕੇ ਤੀਰਾਂ ਨਾਲ ਜਵਾਬ ਦਿੱਤਾ ਸੀ। ਤੇ ਫਿਰ ਫੌਜਾਂ ਨੇ ਐਸਾ ਹਮਲਾ ਕੀਤਾ। 4 ਸਪੇਰਿਓਂ ਕਵੀ ਸੰਤੋਖ ਸਿੰਘ ਤੇ ਇੱਥੋਂ ਤੱਕ ਲਿਖਦੇ ਨੇ ਕਿ 10 ਲੱਖ ਬੰਦਾ ਇੱਕ ਲੱਪ ਮਿੱਟੀ ਦੀ ਭਰ ਕੇ ਉਸ ਗੜੀ ਦੇ ਉੱਪਰ ਸੁੱਟ ਦਿੰਦਾ ਨਾ ਤੇ ਉਸ ਨੂੰ ਪੂਰ ਦਿੰਦੇ, ਭਰ ਦਿੰਦੇ। ਇੰਨਾ ਮੁਲਖਈਆ ਸੀ ਇਕੱਠਾ ਹੋਇਆ, ਪਰ ਗੜੀ ਦੇ ਨੇੜੇ ਜਾਣ ਦਾ ਤਹਈਆ ਕੋਈ ਕਿਵੇਂ ਕਰ ਸਕਦਾ ਸੀ। ਗੜੀ ਕੀ ਸੀ ਸਾਧ ਸੰਗਤ, ਇਹ ਵੀ ਸਮਝ ਲੈਣਾ ਚਾਹੀਦਾ। ਸਾਨੂੰ ਟਪਲਾ ਨਾ ਲੱਗ ਜਾਵੇ ਕੋਈ ਕਿਲਾ ਸੀ ਸ਼ਾਇਦ ਨਹੀਂ। ਜਿਵੇਂ ਪਿੰਡਾਂ ਵਿੱਚ ਜਿਹੜੇ ਤਕੜੇ ਜ਼ਿਮੀਂਦਾਰ ਹੈ ਉਹਨਾਂ ਨੇ ਪਸ਼ੂਆਂ ਵਾਸਤੇ ਹਵੇਲੀਆਂ ਬਣਾਈਆਂ ਹੁੰਦੀਆਂ, ਉਹਦੀਆਂ ਕੰਧਾਂ ਵੀ ਮੋਟੀਆਂ ਹੁੰਦੀਆਂ, ਉੱਚੀਆਂ ਵੀ ਹੁੰਦੀਆਂ, ਚੋਰੀ ਦੇ ਡਰੋਂ ਕੋਈ ਚੋਰ ਹੀ ਨਾ ਟੱਪ ਕੇ ਆ ਜਾਵੇ। ਤੇ ਉਹਦੇ ਦਰਵਾਜ਼ੇ ਵੀ ਇਸ ਤਰ੍ਹਾਂ ਰੱਖੇ ਹੁੰਦੇ ਆ ਕਿ ਦਰਵਾਜ਼ਾ ਖੁੱਲਾ ਵੀ ਰਹਿ ਜਾਵੇ ਤੇ ਪਸ਼ੂ ਬਾਹਰ ਨਾ ਨਿਕਲੇ। ਆਮ ਤੌਰ ਤੇ ਜਿਵੇਂ ਪਾਰਕਾਂ ਵਿੱਚ ਆਪਾਂ ਜਾਂਦੇ ਆ ਨਾ, ਉਹਦੀਆਂ ਟੇਢੀਆਂ ਕੰਧਾਂ ਹੁੰਦੀਆਂ ਤਾਂ ਕਿ ਉਹ 'ਚ ਕੋਈ ਪਸ਼ੂ ਨਾ ਵੜ ਸਕੇ। ਇਸ ਤਰ੍ਹਾਂ ਦੀ ਹਵੇਲੀ ਸੀ ਉਹ। ਤੇ ਉਹਦੇ ਵਿੱਚ ਰਹਿਣ ਵਾਸਤੇ ਮਕਾਨ ਬਣਾਇਆ ਹੋਇਆ ਸੀ, ਪਸ਼ੂਆਂ ਵਾਸਤੇ ਬਹੁਤ ਵੱਡੀ ਹਵੇਲੀ ਸੀ। ਸੋ ਉਹ ਕੋਈ ਕਿਲਾ ਨਹੀਂ ਸੀ, ਪਰ ਸਤਿਗੁਰੂ ਨੇ ਉਸ ਨੂੰ ਕਿਲੇ ਦਾ ਰੂਪ ਧਾਰਨ ਕਰ ਦਿੱਤਾ। ਆਪ ਸਤਿਗੁਰੂ ਜੀ ਮਾਉਂਟੀ ਵਿੱਚ ਜਾ ਕੇ ਸਜ ਗਏ ਤੇ ਫਿਰ ਛੋਟੇ ਜੱਥੇ, ਪਹਿਲਾਂ ਇਕੱਲੇ ਜੱਥੇ ਨੇ, ਇਕੱਲੇ ਸਿੰਘ ਨੇ ਜਾ ਕੇ ਬਾਹਰ ਜੂਝਿਆ। 5 ਦਾ ਜੱਥਾ ਵੀ ਗਿਆ। ਸਾਧ ਸੰਗਤ ਜੀ ਇਤਿਹਾਸ ਦੱਸਦਾ ਹੈ ਜਦੋਂ ਭਾਈ ਖਜਾਨ ਸਿੰਘ, ਭਾਈ ਧਿਆਨ ਸਿੰਘ ਤੇ ਭਾਈ ਲਾਲ ਸਿੰਘ, ਇਹ ਸਿੰਘ ਜਦੋਂ ਜੂਝਦੇ ਸੀ ਨਾ, ਸਤਿਗੁਰੂ ਜੀ ਮਾਉਂਟੀ ਦੇ ਵਿੱਚ ਬੜਾ ਆਸ਼ੀਸ਼ ਕਰ ਰਹੇ ਸਨ ਕਿ ਦੇਖੋ ਗੁਰੂ ਕੇ ਸੂਰਬੀਰ ਯੋਧੇ ਬਹਾਦਰ ਕਿਵੇਂ ਆਹੂ ਲਾਗ ਰਹੇ ਨੇ। ਤੇ ਸਾਹਿਬਜ਼ਾਦਾ ਅਜੀਤ ਸਿੰਘ ਉਦੋਂ ਮਹਾਰਾਜ ਦੇ ਕੋਲ ਸਨ, ਉੱਥੋਂ ਉਹ ਵੀ ਤੀਰ ਚਲਾ ਰਹੇ ਸਨ। ਤੇ ਮਹਾਰਾਜ ਦੀਆਂ ਖੁਸ਼ੀਆਂ ਦੇਖ ਕੇ ਕਿ ਯੋਧੇ ਬਹਾਦਰਾਂ ਦੀ ਲੜਾਈ ਦਾ ਯੁੱਧ ਦੇਖ ਕੇ ਮਹਾਰਾਜ ਬੜੇ ਪ੍ਰਸੰਨ ਹੁੰਦੇ ਨੇ। ਜਦੋਂ ਉਹ ਸ਼ਹੀਦ ਹੋਏ ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਦੇ ਸਨਮੁਖ ਭਾਈ ਸਾਹਿਬਜ਼ਾਦਾ ਅਜੀਤ ਸਿੰਘ ਨੇ ਪੁਕਾਰ ਕੀਤੀ, ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ, ਹੁਣ ਮੈਂ ਵੀ ਯੁੱਧ ਦੇ ਜ਼ੋਰ ਦਿਖਾਵਾਂ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਾਬਾਸ਼ ਦਿੱਤੀ ਪੁੱਤਰ ਨੂੰ, ਸ਼ਾਬਾਸ਼। ਕਹਿੰਦੇ ਜੇ ਆਪ ਘੱਲਦਾ ਨਾ ਤੈਨੂੰ ਯੁੱਧ ਦੇ ਵਿੱਚ ਤੇ ਫਿਰ ਗੱਲ ਇਤਿਹਾਸ ਹੋਰ ਹੋਣਾ ਸੀ। ਤੇ ਪੁੱਤਰ ਤੂੰ ਆਪ ਮੰਗ ਕੇ ਇਹ ਸਮਾਂ ਮੰਗਿਆ ਮੇਰੇ ਕੋਲੋਂ ਤੇ ਇਹ ਤੇਰੀ ਬਹਾਦਰੀ ਹੈ। ਇਤਿਹਾਸ ਦੇ ਵਿੱਚ ਇਹੋ ਜਿਹੇ ਅਜੀਤ ਸਿੰਘ ਪੈਦਾ ਹੁੰਦੇ ਰਹਿਣਗੇ, ਤੂੰ ਫਿਕਰ ਨਾ ਕਰੀ।
ਸੋ ਸਤਿਗੁਰੂ ਪਾਤਸ਼ਾਹ ਜੀ ਨੇ ਥਾਪੇ ਦਿੱਤੇ ਤੇ ਨਾਲ ਦੇ ਸਿੰਘ ਜਿਹੜੇ ਸਨ, ਪੰਜਾਂ ਪਿਆਰਿਆਂ ਦੇ ਜਿਹੜੇ ਪਹਿਲਾਂ ਵੀ ਪਰਖ ਹੋਏ ਗੁਰੂ ਕੇ ਸੂਰਮੇ ਸਨ, ਉਹਨਾਂ ਬੇਨਤੀ ਕੀਤੀ ਸਤਿਗੁਰੂ ਜੀ ਸਾਹਿਬਜ਼ਾਦੇ ਨੂੰ ਯੁੱਧ ਵਿੱਚ ਨਾ ਭੇਜੋ। ਮਹਾਰਾਜ ਕਹਿੰਦੇ ਮੈਂ ਥੋੜ੍ਹਾ ਭੇਜ ਰਿਹਾ, ਇਹ ਤੇ ਆਪ ਜਾ ਰਿਹਾ ਹੈ, ਤੇ ਫਿਰ ਤੁਸੀਂ ਕਿਹਦੀ ਗੱਲ ਕਰਦੇ ਆ? ਤੁਸੀਂ ਸਾਰੇ ਹੀ ਮੇਰੇ ਪੁੱਤਰ ਹੋ, ਕੋਈ ਅਜੀਤ ਸਿੰਘ ਤੁਹਾਡੇ ਤੋਂ ਵੱਖਰਾ ਹੈ, ਕਿਉਂ ਤੁਸੀਂ ਇਹ ਫਰਕ ਪਾਉਂਦੇ ਹੋ? ਫਿਰ ਸਤਿਗੁਰੂ ਪਾਤਸ਼ਾਹ ਦੇ ਸਾਹਮਣੇ ਕੋਈ ਬੋਲਣ ਜੋਗੀ ਗੱਲ ਹੀ ਨਾ ਰਹੀ, ਤਾਂ ਫਿਰ ਸਤਿਗੁਰੂ ਨੇ ਤਿਆਰੀ ਕਰ ਦਿੱਤੀ, ਜਾ ਪੁੱਤਰ ਮੈਦਾਨੇ ਯੁੱਧ ਵਿੱਚ ਜਾਣਾ ਹੈ। ਤੇ ਹੁਣ ਦੇਖੋ ਇਤਿਹਾਸਕ ਜ਼ਿਕਰ ਕੀ ਆ। ਉਧਰ ਵਜੀਦ ਖਾਨ ਨੇ 5 ਜਰਨੈਲ, ਜਿਨ੍ਹਾਂ ਦੇ ਨਾਲ 5-5 ਹਜ਼ਾਰ ਫੌਜ ਹੈ, ਟੋਟਲ ਤੇ 10 ਲੱਖ ਹੈ ਹੀ ਹੈ, ਪਰ ਇਹਨਾਂ ਦੀ ਜਰਨੈਲੀ ਥਲੇ ਕਿਉਂਕਿ 20-25 ਜਰਨੈਲ ਇਹੋ ਜਿਹੇ ਸਨ ਜਿਨ੍ਹਾਂ ਨੂੰ ਬਹੁਤ ਵੱਡੇ ਤੇਗ ਦੇ ਧਣੀ ਮੰਨਿਆ ਗਿਆ ਸੀ, ਬੜੇ ਵੱਡੇ ਤੀਰ ਅੰਦਾਜ਼ ਮੰਨੇ ਗਏ, ਯੁੱਧ ਦੇ ਖਿਡਾਰੀ ਮੰਨੇ ਗਏ ਸੀ, ਇਹੋ ਜਿਹੇ ਜਰਨੈਲ ਸਨ। ਤੇ 7 ਜਰਨੈਲ ਤਿਆਰ ਕੀਤੇ ਵਜੀਦ ਖਾਨ ਨੇ। ਤੇ ਜਦੋਂ ਤੁਸੀਂ ਉਹਨਾਂ ਦਾ ਇਤਿਹਾਸ ਪੜ੍ਹੋਗੇ ਨਾ, ਇਹ ਤੋਂ ਵੀ ਸਿੱਖਿਆ ਮਿਲਦੀ ਹੈ। ਸਿੰਘਾਂ ਦੇ ਵੀ ਨਾਮ ਸੁਣਿਓ ਤੇ ਤੁਸੀਂ ਉਹਨਾਂ ਪਠਾਨ ਜਰਨੈਲਾਂ ਦੇ ਨਾਮ ਸੁਣਿਓ। ਅੱਜ ਆਪਾਂ ਸ਼ਹਿਰ ਵਾਸੀ ਨਾ ਛੋਟੇ ਛੋਟੇ ਨਾਂ ਰੱਖ ਲੈਨੇ ਆ, ਬੰਟੀ ਆ, ਛੰਟੀ ਆ, ਗੋਲਡੀ ਆ, ਫਲਾਨਾ। ਸਿੰਘਾਂ ਵਾਲੇ ਨਾਂ ਲਿਆ ਕਰੋ, ਇਹਦੇ ਨਾਲ ਆਪਣੇ ਆਪ ਨੂੰ ਵੀ ਤਸੱਲੀ ਹੁੰਦੀ ਹੈ ਤੇ ਸੁਣਨ ਵਾਲੇ ਨੂੰ ਵੀ ਤਸੱਲੀ ਹੁੰਦੀ ਹੈ, ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਵਜੀਦ ਖਾਨ ਨੇ ਜਿਹੜੇ 7 ਜਰਨੈਲ ਤਿਆਰ ਕੀਤੇ ਨਾ, ਉਹਦੇ ਤੋਂ ਹਦਾਇਤ ਖਾਨ, ਇਸਮਾਈਲ ਖਾਨ, ਉਹਦੇ ਵਿੱਚ ਹੀ ਅਸਮਾਨ ਖਾਨ, ਜਹਾਨ ਖਾਨ, ਖਲੀਲ ਖਾਨ, ਭੂਰੇ ਖਾਨ, ਇਹ 7 ਜਰਨੈਲ ਸੀ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਧਰ 7 ਜਰਨੈਲ ਦਿੱਤੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ, ਵੀ ਤੁਸੀਂ ਵੀ 7 ਜਾਣੇ ਜਾਓ। ਤੇ ਉਹ ਕੌਣ ਸਨ? ਜਿਨ੍ਹਾਂ ਨੇ ਖਾਲਸਾ ਪੰਥ ਦੀ ਸਿਰਜਣਾ ਵੇਲੇ ਆਪਾ ਕੁਰਬਾਨ ਕਰਨ ਵਾਸਤੇ ਸਿਰ ਦਿੱਤਾ ਸੀ ਨਾ, ਉਹਨਾਂ 5 ਪਿਆਰਿਆਂ ਵਿੱਚੋਂ ਸੀ ਭਾਈ ਮੋਹਕਮ ਸਿੰਘ, ਭਾਈ ਈਸਰ ਸਿੰਘ, ਭਾਈ ਨੰਦ ਸਿੰਘ, ਭਾਈ ਲਾਲ ਸਿੰਘ, ਭਾਈ ਕੇਸਰ ਸਿੰਘ, ਭਾਈ ਦੇਵਾ ਸਿੰਘ, ਭਾਈ ਕੀਰਤੀ ਸਿੰਘ, ਭਾਈ ਮੋਹਰ ਸਿੰਘ। ਇਹ 5 ਸਿੰਘ 7 ਸਿੰਘ ਸਨ। ਸਾਧ ਸਿੰਘ ਜੀ ਹੁਣ ਤੁਸੀਂ ਹਿਸਾਬ ਲਾਇਓ, 8ਵਾਂ ਸਾਹਿਬਜ਼ਾਦਾ ਅਜੀਤ ਸਿੰਘ। ਹੁਣ 8 ਜਾਣਿਆਂ ਨੇ ਯੁੱਧ ਵਿੱਚ ਜਾਣਾ, ਤੇ ਯੁੱਧ ਕਿੰਨਿਆਂ ਨਾਲ ਲੜਨਾ? 10 ਲੱਖ ਨਾਲ। ਜਿਹਦੀ ਜਰਨੈਲੀ 7ਵੇਂ ਪਹਿਲਾਂ ਨਾਮ ਦਿੱਤੇ ਨੇ, ਉਹ ਪਠਾਨ ਕਰ ਰਹੇ ਨੇ। ਪਰ ਜਦੋਂ ਤੁਸੀਂ ਹੁਣ 8 ਨੂੰ ਗੁਣਾ ਕਰੋ 10 ਲੱਖ ਨਾਲ, ਇੱਕ ਜਾਣੇ ਨੂੰ 1.25 ਲੱਖ ਆਏਗਾ, 1.25 ਲੱਖ। ਜਦੋਂ ਇਹ ਸਾਹਿਬਜ਼ਾਦਾ ਅਜੀਤ ਸਿੰਘ ਗੜੀ ਦੇ ਕਿਲੇ ਤੇ ਗਿਆ, ਤੇ ਉੱਥੇ ਭਾਈ ਮਦਨ ਸਿੰਘ, ਭਾਈ ਕੋਠਾ ਸਿੰਘ 2 ਪਹਿਰੇਦਾਰ ਸਨ, ਜਿਹੜੇ ਗੜੀ ਦਾ ਦਰਵਾਜ਼ਾ ਖੋਲਦੇ ਸਨ। ਉਹਨਾਂ ਨੇ ਰੋਕਣਾ ਚਾਹਿਆ, ਪਰ ਉਹ ਕਹਿੰਦੇ ਅਸੀਂ ਤਾਂ ਤਿਆਰੀ ਕਰ ਲਈ ਹੈ। ਤੇ ਕਹਿੰਦੇ ਖੜੋ ਹੁਣ ਤੁਸੀਂ ਇੱਥੇ ਇਤਿਹਾਸਕਾਰ ਲਿਖਦੇ ਨੇ, ਅਜੀਤ ਸਿੰਘ ਨੇ ਸੋਧ ਅਰਦਾਸਾ, ਅੱਜ ਦੇਖੀਏ ਯੁੱਧ ਤਮਾਸ਼ਾ। ਅਰਦਾਸਾ ਸੋਧ ਕੇ ਅਜੀਤ ਸਿੰਘ ਨੇ ਜਕਾਰਾ ਛੱਡਿਆ, ਤੇ ਉਸ ਪਿਤਾ ਦਾ ਪੁੱਤਰ ਜਿਹਨੇ ਕਿਹਾ ਹੂੰ ਮੈਂ ਹੂੰ ਪਰਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਉਹ ਵੀ ਕਹਿੰਦਾ ਤੁਸੀਂ ਅੱਜ ਯੁੱਧ ਦਾ ਤਮਾਸ਼ਾ ਦੇਖੋ। ਕਿਹੋ ਜਿਹੇ ਸੂਰਬੀਰ ਬਹਾਦਰ ਸਨ। ਜਦੋਂ ਸੱਤੇ ਇਹ 8 ਸਿੰਘ ਬਾਹਰ ਨਿਕਲੇ, ਜੰਗ ਦੇ ਵਿੱਚ ਆਹੂ ਲਾ ਦਿੱਤੇ, ਜਿੱਧਰ ਨੂੰ ਜਾਂਦੇ ਮਾਰੋ ਮਾਰ ਕਰਦੇ। ਅੱਗੇ ਵੀ ਬੜੇ ਯੋਧੇ ਨੇ, ਪਠਾਨ ਵੀ ਕਿਹੜਾ ਘੱਟ ਸੀਗੇ, ਉਹ ਵੀ ਬੜੇ ਯੋਧੇ ਖਿਡਾਰੀ ਸਨ। ਪਰ ਸਤਿਗੁਰੂ ਦੀ ਕਿਰਪਾ ਨਾਲ ਸਤਿਗੁਰੂ ਜੀ ਜਿੱਧਰ ਦੇਖਦੇ ਦੁਸ਼ਮਣਾਂ ਦਾ ਜ਼ੋਰ ਪੈਂਦਾ, ਉੱਪਰੋਂ ਤੀਰਾਂ ਦਾ ਮੀਂਹ ਵਰਾਜ ਸਨ ਗੜੀ ਦੇ ਵਿੱਚੋਂ। ਹੋਰ ਜਿਹੜੇ ਸਿੰਘ ਸਨ ਬਾਕੀ ਦੇ ਬਚੇ ਹੋਏ, ਭਾਈ ਸੰਗਤ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਕੇਰ ਸਿੰਘ, ਇਹ ਕਿਹੜਾ ਘੱਟ ਜਵਾਨ ਸਨ। ਇਹ ਵੀ ਤੀਰਾਂ ਦਾ ਮੀਂਹ ਵਰਾਜ ਸਨ ਗੜੀ ਦੇ ਵਿੱਚੋਂ। ਸਵਾ ਪੈਰ ਤੱਕ ਯੁੱਧ ਲੜਿਆ ਸਾਹਿਬਜ਼ਾਦਾ ਅਜੀਤ ਸਿੰਘ ਨੇ। ਸਭ ਆਸ਼ਿਸ਼ ਕਰ ਉੱਠੇ, ਕਹਿੰਦੇ ਗੁਰੂ ਕਾ ਸਾਹਿਬਜ਼ਾਦਾ ਇੰਨੇ ਕਮਾਲ ਦਾ ਯੁੱਧ ਲੜ ਰਿਹਾ ਹੈ, ਤੇ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕੌਣ ਕਰੇਗਾ ਜਦੋਂ ਇਹਦਾ ਹੀ ਮੁਕਾਬਲਾ ਨਹੀਂ ਹੋ ਰਿਹਾ। ਅਖੀਰ ਜਦੋਂ ਪੁਰਜਾ ਸਰੀਰ ਹੋ ਗਿਆ, ਛਾਨਣੀ ਹੋ ਗਿਆ, ਸਾਹਿਬਜ਼ਾਦਾ ਦਾ ਘੋੜਾ ਸ਼ਹੀਦ ਹੋ ਗਿਆ। ਇਤਿਹਾਸ ਲਿਖਦਾ ਤੀਰ ਮੁੱਕ ਗਏ, ਜਦੋਂ ਸ੍ਰੀ ਸਾਹਿਬ ਹੀ ਟੁੱਟ ਗਈ। ਖੰਜਰ ਦੇ ਨਾਲ ਯੁੱਧ ਕਰਦਿਆਂ ਹੋਇਆਂ ਸਾਹਿਬਜ਼ਾਦਾ ਅਜੀਤ ਸਿੰਘ ਬਹੁਤ ਸਾਰੇ ਜ਼ਖਮਾਂ ਦੇ ਨਾਲ ਜਦੋਂ ਛਰਣੀ ਹੋ ਗਿਆ ਤੇ ਸ਼ਹਾਦਤ ਦਾ ਜਾਮ ਪੀ ਗਿਆ। ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਜੈਕਾਰਾ ਛੱਡਿਆ,
ਤੇ ਨਾਲ ਸਤਿਗੁਰੂ ਦੇ ਚਰਨਾਂ ਵਿੱਚ, ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਆਪ ਜੀ ਦਾ ਸ਼ੁਕਰ ਹੈ, ਆਪ ਜੀ ਦੀ ਦਿੱਤੀ ਅਮਾਨਤ ਦੀ ਪਹਿਲੀ ਕਿਸ਼ਤ ਮੈਂ ਸੁਰਖਰੂ ਹੋ ਕੇ ਮੋੜ ਦਿੱਤੀ ਆ। ਕੋਈ ਹੈ ਦੁਨੀਆ 'ਚ ਪਿਤਾ ਇਹੋ ਜਿਹਾ? ਵੱਡੇ ਵੱਡੇ ਪੈਗੰਬਰਾਂ ਦਾ ਇਤਿਹਾਸ ਪੜ੍ਹੋ, ਇਹੋ ਜਿਹਾ ਕੋਈ ਗੁਰੂ ਨਹੀਂ ਮਿਲੇਗਾ ਜਿਹੜਾ ਪੁੱਤਰਾਂ ਦੀ ਸ਼ਹਾਦਤ ਤੇ ਜਕਾਰੇ ਛੱਡੇ, ਅਕਾਲ ਪੁਰਖ ਦਾ ਸ਼ੁਕਰਾਨਾ ਕਰੇ। ਫਿਰ ਸਤਿਗੁਰੂ ਨੇ ਸੱਚੇ ਪਾਤਸ਼ਾਹ ਜੀ ਦਾ ਦੂਸਰਾ ਸਾਹਿਬਜ਼ਾਦਾ ਜੁਝਾਰ ਸਿੰਘ 5 ਸਿੰਘਾਂ ਦੇ ਨਾਲ ਗਿਆ। ਉਸ ਨੇ ਵੀ ਸਵਾ ਪਹਿਰ ਤੱਕ ਯੁੱਧ ਲੜਿਆ ਤੇ ਦਿਨ ਛਿਪਦੇ ਤੱਕ, ਰਾਤ ਹੁੰਦੇ ਤੱਕ ਯੁੱਧ ਲੜਦਾ ਰਿਹਾ। ਜਦੋਂ ਉਹ ਸ਼ਹਾਦਤ ਪਾ ਗਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਜਕਾਰੇ ਛੱਡੇ ਤੇ ਕਿਹਾ, ਹੈ ਅਕਾਲ ਪੁਰਖ ਵਾਹਿਗੁਰੂ ਅੱਧੀ ਇਮਾਨਤ ਆਪ ਜੀ ਦੀ ਆਪਦੇ ਚਰਨਾਂ ਵਿੱਚ ਸੁਰਖਰੂ ਮੋੜ ਦਿੱਤੀ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਕੋਈ ਛੋਟੀਆਂ ਗੱਲਾਂ ਥੋੜੀ ਆ। ਸਾਧ ਸੰਗਤ ਦੂਜੇ ਪਾਸੇ ਜਿਹੜੇ ਗੜੀ ਦੇ ਵਿੱਚ ਸਿੰਘ ਬਚੇ ਆ ਨਾ, ਹੁਣ ਉਹ ਸਤਿਗੁਰੂ ਤੋਂ ਤਾਂ ਪਹਿਲੇ ਬਲਹਾਰ ਸਨ, ਪਰ ਮਹਾਰਾਜ ਸੱਚੇ ਪਾਤਸ਼ਾਹੀ ਦੇ ਇਸ ਕੌਤਕ ਤੋਂ ਹੈਰਾਨ ਨੇ ਕਿ ਹਲੇ ਅਸੀਂ ਜਿਉਂਦੇ ਆ, ਯੁੱਧ ਲੜਨ ਵਾਸਤੇ ਤਿਆਰ ਆ, ਤੇ ਸਾਡੇ ਤੋਂ ਪਹਿਲਾਂ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ। ਸਾਡੇ ਲਈ ਤੇ ਪਹਿਲਾਂ ਹੀ ਬੜਾ ਕੁਝ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਊਚ ਨੀਚ ਦੇ ਭੇਤ ਮਿਟਾ ਕੇ ਇੱਕ ਬਾਟੇ ਵਿੱਚ ਖੰਡੇ ਦਾ ਅੰਮ੍ਰਿਤ ਦੇ ਕੇ ਸਾਨੂੰ ਇਹਨਾਂ ਜਰਵਾਣਿਆਂ ਦੇ ਲਤਾੜੇ ਹੋਏ ਇਹ ਜ਼ੁਲਮ ਸਿਤਮ ਦੀ ਫਿਤਰਤ ਵਿੱਚੋਂ ਕੱਢ ਕੇ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਮਹਾਰਾਜ ਨੇ ਪਹਿਲਾਂ ਹੀ ਸਿਖਾਇਆ ਹੈ। ਤੇ ਆਹ ਤੇ ਕਮਾਲ ਕਰ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤੇ ਬਹੁਤ ਵੱਡਾ ਇੱਕ ਕਰ ਚਾੜ ਦਿੱਤਾ। ਇਹ ਸੋਚ ਰਹੇ ਸੀ ਗੁਰੂ ਕੇ ਸਿੱਖ, ਤੇ ਜਦੋਂ ਦਿਨ ਛਿਪ ਗਿਆ ਤੇ ਉਦੋਂ ਜਿਹੜੇ ਸਿੱਖ ਬਚੇ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਫਿਰ ਬੇਨਤੀ ਕੀਤੀ, ਮਹਾਰਾਜ ਖਾਲਸਾ ਪੰਥ ਦਾ ਹੁਕਮ ਸਮਝ ਲਓ, ਬੇਨਤੀ ਸਮਝ ਲਓ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਮਾਨ ਸਿੰਘ, ਇਹਨਾਂ ਸਾਰੇ ਸਿੰਘਾਂ ਨੇ ਕਿਹਾ ਕਿ ਆਪ ਜੀ ਨੇ ਕਿਹਾ ਕਿ ਪੰਜੀ ਪਰਮੇਸ਼ਰ ਹੋਵੇਗਾ, ਪੰਜਾਂ ਵਿੱਚ ਮੈਂ ਵਸਾਂਗਾ, 5 ਗੁਰੂ ਕਾ ਖਾਲਸਾ ਹੋਵੇਗਾ, ਗੁਰੂ ਤੇ ਖਾਲਸੇ ਵਿੱਚ ਕੋਈ ਫਰਕ ਨਹੀਂ ਹੋਵੇਗਾ, ਤੇ ਹੁਣ ਮਹਾਰਾਜ ਸਾਡਾ ਤੁਸੀਂ ਬਚਨ ਨਾ ਮੋੜਿਓ, ਇਹ ਗੜੀ ਛੱਡ ਜਾਓ। ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਵਿਉਂਤਬੰਦੀ ਕਰਕੇ ਇੱਕ ਚੰਗਾ ਖਾਲਸਾ ਜੀ, ਜੇ ਤੁਸੀਂ ਇਹ ਬਚਨ ਕਹਿੰਦੇ ਹੋ ਤੇ ਮੈਂ ਤੁਹਾਡੇ ਬਚਨ ਅੱਗੇ ਸਿਰ ਝੁਕਾਉਂਦਾ ਹਾਂ। ਇਹ ਵੀ ਸੋਚੋ ਕਿ 10 ਲੱਖ ਦੇ ਘੇਰੇ ਵਿੱਚੋਂ ਕਿੰਨੇ ਖਤਮ ਹੋ ਗਏ ਹੋਣਗੇ, ਲੱਖ ਹੋ ਗਿਆ ਹੋਵੇਗਾ, ਪਰ ਫਿਰ ਵੀ ਲੱਖਾਂ ਦਾ ਘੇਰਾ ਨਾ, ਉਹ ਚੋਂ ਨਿਕਲਣਾ ਕਿਹੜਾ ਸੌਖਾ ਸੀ। ਕਹਿੰਦੇ ਖਾਲਸਾ ਜੀ ਮੈਂ ਚੁੱਪ ਕਰਕੇ ਨਹੀਂ ਜਾਣਾ, ਮਹਾਰਾਜ ਤੁਸੀਂ ਧਮਸੇ ਵਜਾ ਕੇ ਜਾਓ, ਤੁਸੀਂ ਨਗਾਰੇ ਵਜਾਓ, ਤੁਸੀਂ ਜਕਾਰੇ ਛੱਡੋ, ਪਰ ਚਲੇ ਜਾਓ। ਫਿਰ ਹੁਣ ਵੰਡ ਹੋਣ ਲੱਗੀ, ਗੁਰੂ ਦੇ ਨਾਲ ਕੌਣ ਜਾਵੇ? ਮਹਾਰਾਜ ਇਕੱਲੇ ਥੋੜੋ ਜਾਣਗੇ। ਮਹਾਰਾਜ ਕਹਿੰਦੇ ਦੱਸੋ ਭਾਈ ਮੇਰੇ ਨਾਲ ਕੌਣ ਜਾਵੇਗਾ? ਸੋਚ ਕੇ ਵੇਖੋ ਕਿ ਅਗਲੀ ਜਿਹੜੀ ਇਹ ਆਖਰੀ ਰਾਤ ਆ ਉਹਨਾਂ ਸਿੰਘਾਂ ਦੀ, ਅਗਲਾ ਦਿਨ ਉਹਨਾਂ ਨੇ ਸ਼ਹੀਦੀਆਂ ਪਾ ਜਾਣੀਆਂ, ਸਭ ਨੂੰ ਪਤਾ ਸੀ, ਪਰ ਆਪਣੇ ਆਪ ਕੋਈ ਪੇਸ਼ ਨਹੀਂ ਕਰ ਰਿਹਾ ਕਿ ਮਹਾਰਾਜ ਮੈਂ ਤੁਹਾਡੇ ਨਾਲ ਜਾਵਾਂਗਾ, ਕਿਉਂਕਿ ਸਾਹਮਣੇ ਸਾਹਿਬਜ਼ਾਦਿਆਂ ਨੂੰ ਯੁੱਧ ਕਰਦੇ ਦੇਖਿਆ, ਸ਼ਹੀਦ ਹੁੰਦੇ ਦੇਖਿਆ, ਤੇ ਕੋਈ ਆਪਣੇ ਆਪ ਨੂੰ ਪੇਸ਼ ਨਹੀਂ ਕਰ ਰਿਹਾ। ਤੇ ਫਿਰ ਮਹਾਰਾਜ ਨੇ ਆਪ ਹੀ ਡਿਊਟੀ ਲਾਈ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਮੇਰੇ ਨਾਲ ਜਾਣਗੇ। ਉਹਨਾਂ ਨੂੰ ਦਿਸ਼ਾ ਸਮਝਾਈ ਸਤਿਗੁਰੂ ਪਾਤਸ਼ਾਹ ਜੀ। ਰਾਤ ਦੇ ਹਨੇਰੇ ਵਿੱਚ ਇਹ ਨਾਰਾ ਲਾ ਕੇ ਹਿੰਦਾ ਪੀਰ ਚੱਲਿਆ ਜੇ ਕਿਸੇ ਤੋਂ ਫੜਿਆ ਜਾ ਸਕਦਾ ਫੜ ਲਓ। ਅੱਗੇ ਜਾ ਕੇ ਮਹਾਰਾਜ ਨੇ ਉੱਚੀ ਟਿੱਬੀ ਤੇ ਇੱਕ ਜਾ ਕੇ ਤਾੜੀ ਵਜਾਈ ਕਿ ਇੱਥੋਂ ਦੀ ਜਾ ਰਿਹਾ ਹੈ। ਸਾਧ ਸੰਗਤ ਜੀ ਹਨੇਰਾ ਤੇ ਇੱਕ ਪੋਹ ਦੀਆਂ ਰਾਤਾਂ, ਲੱਖਾਂ ਦੀ ਦੁਸ਼ਮਣ ਫੌਜ ਜਿਹੜੀ ਬੇਫਿਕਰ ਇਸ ਗੱਲੋਂ ਸੀ ਕਿ ਬਹੁਤ ਸਾਰੇ ਸਿੰਘ ਮਾਰ ਦਿੱਤੇ ਨੇ ਤੇ ਹੁਣ ਬਚੇ ਕੱਲ ਨੂੰ ਹੱਥੋਂ ਹੱਥੀ ਫੜ ਲਵਾਂਗੇ, ਕੋਈ ਫਿਕਰ ਨਹੀਂ, ਰਾਤ ਨੂੰ ਯੁੱਧ ਕਰਨ ਦੀ ਲੋੜ ਨਹੀਂ, ਵੈਸੇ ਵੀ ਰਾਤ ਨੂੰ ਯੁੱਧ ਨਹੀਂ ਸੀ ਹੋਇਆ ਕਰਦਾ ਉਦੋਂ, ਤੇ ਦਿਨ ਚੜ੍ਹਦਿਆਂ ਨੂੰ ਅਸੀਂ ਫੜ ਲਵਾਂਗੇ। ਜਦੋਂ ਇਹ ਸੁਣਿਆ ਕਿ ਹਿੰਦਾ ਪੀਰ ਚੱਲਿਆ ਜੇ, ਫਿਰ ਹਫੜਾ ਦਫੜੀ ਮਚ ਗਈ, ਕਟਾ ਵੱਡੀ ਸ਼ੁਰੂ ਹੋ ਗਈ। ਹਨੇਰੇ 'ਚ ਪਤਾ ਹੀ ਨਹੀਂ ਲੱਗ ਰਿਹਾ ਕੌਣ ਕਿਹਨੂੰ ਮਾਰ ਰਿਹਾ ਹੈ। ਜਿਹੜਾ ਵੀ ਸਾਹਮਣੇ ਆਉਂਦਾ ਵੀ ਆਹ ਹੀ ਗੁਰੂ ਗੋਬਿੰਦ ਸਿੰਘ ਹੈ, ਆਪਸ ਵਿੱਚ ਦੀ ਬਹੁਤ ਸਾਰੀ ਫੌਜ ਮਾਰੀ ਗਈ। ਦਿਨ ਚੜ੍ਹਦੇ ਨੂੰ ਵੇਖਿਆ ਸਤਿਗੁਰੂ ਪਾਤਸ਼ਾਹ ਜੀ ਚਲੇ ਗਏ। ਦਿਨ ਚੜ੍ਹਦੇ ਨੂੰ ਵੇਖਿਆ ਕਿ ਇੱਕ ਵੀ ਸਿੱਖ ਦੀ ਉੱਥੇ ਲਾਸ਼ ਨਾ ਮਿਲੀ, ਲੋਥ ਨਾ ਮਿਲੀ, ਤੇ ਫਿਰ ਅਫਸੋਸ ਹੋਇਆ, ਗੁੱਸਾ ਬੜਾ ਆਇਆ ਕਿ ਆਪਸ ਵਿੱਚ ਦੀ ਵੱਡੇ ਕੱਟੇ ਮਰ ਗਏ। ਦਿਨ ਚੜ੍ਹਦੇ ਨੂੰ ਫਿਰ ਹੱਲਾ ਬੋਲਿਆ, ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਭਾਈ ਸੰਗਤ ਸਿੰਘ ਜਿਹੜਾ ਸਰੀਰ ਕਰਕੇ ਮਹਾਰਾਜ ਨਾਲ ਜਿਹਦਾ ਮੁਹਾਂਦਰਾ ਮਿਲਦਾ ਸੀ, ਮਹਾਰਾਜ ਨੇ ਉਹਨੂੰ ਆਪਣੀ ਪੋਸ਼ਾਕ ਪਣਾਈ, ਕਲਗੀ ਸਜਾਈ, ਤੇ ਨਾਲ ਦੇ ਸਿੰਘਾਂ ਨੂੰ ਆਗਿਆ ਵਿੱਚ ਰਹਿ ਕੇ ਯੁੱਧ ਲੜਨ ਦੀ ਸਕੀਮ ਦੱਸੀ ਕਿ ਦਿਨ ਚੜ੍ਹਦਿਆਂ ਨੂੰ ਗੜੀ ਦਾ ਦਰਵਾਜ਼ਾ ਖੋਲ ਦਿਓ, ਇਹਦੇ ਟੇਢੇ ਰਸਤੇ ਹਨ,
ਇਕੱਠੀ ਫੌਜ ਨਹੀਂ ਆ ਸਕੇਗੀ। ਜਿਵੇਂ ਜਿਵੇਂ ਆਉਣਗੇ ਉਵੇਂ ਉਵੇਂ ਯੁੱਧ ਦੇ ਨਾਲ ਉਹਨਾਂ ਨੂੰ ਸਦਾ ਦੀ ਨੀਂਦ ਸਵਾ ਦੇਣਾ। ਗੁਰੂ ਕੇ ਸ਼ੇਰ ਬਹਾਦਰ ਸੂਰਬੀਰ ਬਹਾਦਰਾਂ ਨੇ ਇਸੇ ਤਰ੍ਹਾਂ ਕੀਤਾ, ਜਿਹਦੇ ਵਿੱਚ ਭਾਈ ਜੀਵਨ ਸਿੰਘ, ਭਾਈ ਕੋਠਾ ਸਿੰਘ, ਇਸ ਤਰ੍ਹਾਂ ਭਾਈ ਮਦਨ ਸਿੰਘ, ਜਿਹੜੇ ਸਿੰਘ ਬਚੇ ਸਨ, ਭਾਈ ਸੰਗਤ ਸਿੰਘ, ਇਹਨਾਂ ਸਾਰੇ ਸਿੰਘਾਂ ਨੇ ਕਮਾਲ ਦਾ ਯੁੱਧ ਲੜ ਕੇ ਸਾਧ ਸੰਗਤ ਜੀ ਇੱਕ ਇਤਿਹਾਸ ਸਿਰਜਿਆ। ਸਤਿਗੁਰੂ ਪਾਤਸ਼ਾਹ ਜੀ ਇੱਥੋਂ ਅੱਗੇ ਮਾਛੂਵਾੜੇ ਚਲੇ ਗਏ। ਦੂਸਰੇ ਪਾਸੇ ਜੋ ਗੰਗੂ ਬ੍ਰਾਹਮਣ ਮਾਤਾ ਗੁਜਰੀ ਨੂੰ, ਮਾਤਾ ਗੁਜਰ ਕੌਰ ਜੀ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਨਾਲ ਲੈ ਕੇ ਨਿਕਲਿਆ। ਕੁਝ ਕੁ ਮੀਲਾਂ ਤੇ ਜਾ ਕੇ ਭਾਈ ਕੁਮਾ ਜੋ ਮਾਸਕੀ ਸੀ, ਮਸਕ ਦੇ ਨਾਲ ਪਾਣੀ ਵੀ ਘਰਾਂ ਵਿੱਚ ਭਰਦਾ ਸੀ ਤੇ ਕਿਸ਼ਤੀ ਵੀ ਚਲਾਉਂਦਾ ਸੀ। ਇਹ ਗਰੀਬ ਸਿੱਖ ਸੀ। ਉਹਦੀ ਝੁੱਗੀ ਵਿੱਚ ਦੀਵਾ ਜਗਦਾ ਵੇਖ ਕੇ ਉੱਥੇ ਚਲੇ ਗਏ। ਉੱਥੇ ਮਾਤਾ ਜੀ ਨੂੰ ਇਸ ਹਾਲਤ ਵਿੱਚ ਦੇਖ ਕੇ ਭਾਈ ਕੁੰਮੇ ਦੇ ਨੇਤਰਾਂ ਵਿੱਚ ਵੀ ਜਲ ਆ ਗਿਆ। ਉਹਦੇ ਕੋਲ ਜੋ ਸਰਦਾ ਬਣਦਾ ਸੀ ਉਹਨੇ ਉਹ ਵਸਤਰ ਦਿੱਤੇ, ਪ੍ਰਸ਼ਾਦ ਛਕਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ, ਸਤਿਗੁਰੂ ਦੀ ਸਤਿਕਾਰਯੋਗ ਮਾਤਾ ਦਾ ਜਿੰਨਾ ਬਣਦਾ ਸਰਦਾ ਸੀ ਉਹਨੇ ਮਾਣ ਸਨਮਾਨ ਕੀਤਾ। ਸੋ ਅਗਲੀ ਰਾਤ, ਅਗਲੇ ਦਿਨ ਚਲਦਿਆਂ, ਰਾਤ ਚਲਦਿਆਂ ਗੰਗੂ ਆਪਣੇ ਘਰ ਲੈ ਗਿਆ। ਘਰ ਲਿਜਾ ਕੇ ਹੁਣ ਗੰਗੂ ਨੂੰ ਤਾਂ ਕੋਈ ਭੁਲੇਖਾ ਨਹੀਂ ਸੀ। ਪਿੰਡਾਂ ਵਿੱਚ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਸਤਿਗੁਰੂ ਦੇ ਪਰਿਵਾਰ ਵਿੱਚੋਂ ਜਿੱਧਰ ਵੀ ਕੋਈ ਗਿਆ ਹੈ ਉਸ ਨੂੰ ਕੋਈ ਪਨਾਹ ਨਾ ਦੇਵੇ। ਜਿਹੜਾ ਪਨਾਹ ਦੇਵੇਗਾ ਸਰਕਾਰ ਉਸ ਦਾ ਖੁਰਾ ਖੋਜ ਖਤਮ ਕਰ ਦੇਵੇਗੀ ਤੇ ਜਿਹੜਾ ਉਹਨਾਂ ਨੂੰ ਫੜਾਵੇਗਾ ਉਹਨੂੰ ਭਾਰੀ ਇਨਾਮ ਮਿਲੇਗਾ। ਇਸ ਗੱਲ ਤੇ ਲਾਲਚ ਵਿੱਚ ਆਇਆ ਗੰਗੂ ਤੇ ਨਾਲ ਦੇਖਦਾ ਹੈ ਕਿ ਮਾਤਾ ਕੋਲ ਸੋਨੇ ਦੀ ਮੋਹਰਾਂ ਦੀ ਖੁਰਜੀ ਹੈ, ਇਹ ਵੀ ਮੇਰਾ ਹੀ ਧਨ ਬਣ ਜਾਵੇਗਾ ਤੇ ਮੈਂ ਕਿਉਂ ਨਾ ਰੌਲਾ ਪਾ ਕੇ ਕਿ ਚੋਰ ਆ ਗਏ, ਚੋਰ ਆ ਗਏ, ਤੇ ਦਿਨ ਚੜ੍ਹਦੇ ਨੂੰ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਵੀ ਥਾਣੇ ਗ੍ਰਿਫਤਾਰ ਕਰਾ ਦੇ। ਇਸੇ ਤਰ੍ਹਾਂ ਕੀਤਾ। ਹੁਣ ਮਾਤਾ ਤੇ ਜਾਣੀ ਜਾਣ ਸੀ, ਧੰਨ ਕਲਗੀਧਰ ਪਾਤਸ਼ਾਹ ਦੀ ਮਾਤਾ, ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਿਲ, ਜਿਨ੍ਹਾਂ ਦੀ ਬੜੀ ਬੰਦਗੀ, ਪਰਮਾਤਮਾ ਨਾਂ ਦੀ ਬਹੁਤ ਬੰਦਗੀ ਸੀ ਜਿਸ ਮਾਤਾ ਦੀ। ਸਾਧ ਸੰਗਤ ਜਦੋਂ ਰਾਤ ਨੂੰ ਰੌਲਾ ਪਾਇਆ ਨਾ ਗੰਗੂ ਨੇ ਕਿ ਚੋਰ ਆ ਗਏ, ਮਾਤਾ ਜੀ ਕਹਿੰਦੇ ਗੰਗਿਆ ਤੂੰ ਰੌਲਾ ਨਾ ਪਾ, ਤੈਨੂੰ ਜਿੰਨਾ ਧਨ ਚਾਹੀਦਾ ਸਾਡੇ ਕੋਲ ਧਨ ਹੈ, ਮੋਹਰਾਂ ਹੈ, ਤੂੰ ਰੱਖ ਲੈ, ਪਰ ਤੂੰ ਸ਼ੋਰ ਨਾ ਮਚਾ। ਕਹਿੰਦੇ ਲਓ ਮਾਤਾ ਜੀ, ਇੱਕ ਤਾਂ ਹਕੂਮਤ ਦੇ ਬਾਗੀਆਂ ਨੂੰ ਘਰ ਵਿੱਚ ਮੈਂ ਪਨਾਹ ਦਿੱਤੀ ਤੇ ਦੂਜਾ ਮੇਰੇ ਤੇ ਦੋਸ਼ ਲਾਉਂਦੇ ਹੋ। ਇਹ ਕਹਿ ਕੇ ਅਗਲੀ ਸਵੇਰੀ ਗਿਆ ਮੋਰਿੰਡੇ ਥਾਣੇ ਜਾ ਕੇ ਤਲਾਹ ਦੇ ਦਿੱਤੀ ਤੇ ਮਾਤਾ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾ ਦਿੱਤਾ। ਜਿਹੜਾ ਅੱਜ ਦਾ ਦਿਨ ਹੈ, ਅੱਜ ਦੇ ਦਿਨ ਪਹਿਲੀ ਪੇਸ਼ੀ ਹੋਈ ਸਰਹੰਦ ਜਾ ਕੇ, ਕਤਵਾਲ ਜਾ ਕੇ ਸਾਹਿਬਜ਼ਾਦਿਆਂ ਨੂੰ ਸੱਦਿਆ ਗਿਆ। ਪਹਿਲੀ ਰਾਤ ਬੁਰਜ ਵਿੱਚ ਰੱਖਿਆ ਗਿਆ, ਠੰਡੇ ਬੁਰਜ ਵਿੱਚ। ਮਾਤਾ ਜੀ ਛਾਤੀ ਨਾਲ ਲਾ ਕੇ ਸਿੱਖਿਆ ਦਿੰਦੇ ਰਹੇ ਕਿ ਪੁੱਤਰੋ, ਹੁਣ ਤੁਹਾਡੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਜਾਣ ਦਾ ਰਸਤਾ ਖੁੱਲ ਰਿਹਾ ਹੈ, ਘਬਰਾਉਣਾ ਨਹੀਂ, ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਦੁਸ਼ਮਣ ਬੜੇ ਲਾਲਚ ਦੇਵੇਗਾ, ਬੜੇ ਤੁਹਾਨੂੰ ਡਰਾਵੇ ਦੇਵੇਗਾ, ਪਰ ਇਹ ਜੋ ਜਿਸਮ ਹੈ ਇਹ ਤੇ ਅੱਜ ਵੀ ਚਲੇ ਜਾਣੇ ਆ, 10-20 ਸਾਲ ਹੋਰ ਜ਼ਿੰਦਗੀ ਭੋਗ ਲਾਵਾਂਗੇ ਫੇਰ ਵੀ ਚਲੇ ਜਾਣੇ ਆ, ਪਰ ਆਪਣੇ ਦਾਦੇ ਗੁਰੂ ਦੀ ਦਸਤਾਰ ਨੂੰ ਦਾਗ ਨਹੀਂ ਲੱਗਣ ਦੇਣਾ, ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਐਸੀ ਸਿੱਖਿਆ ਮਾਤਾ ਦੀ, ਮਾਤਾਵਾਂ ਦੀਆਂ ਸਿੱਖਿਆਵਾਂ ਬਹੁਤ ਜ਼ਰੂਰੀ ਨੇ। ਤੇ ਉਸ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਮਾਤਾ ਨੇ ਤਾਂ ਫਿਰ ਇਹੀ ਸਿੱਖਿਆ ਦੇਣੀ ਸੀ ਨਾ। ਉਹ ਗੁਰੂ ਦੇ ਫਰਿਆਦ ਪੁੱਤਰਾਂ ਨੂੰ ਜਦੋਂ ਕਚਹਿਰੀ ਵਿੱਚ ਪੇਸ਼ ਕੀਤਾ ਗਿਆ, ਪਹਿਲੇ ਦਿਨ ਲਾਲਚ ਹੀ ਦਿੱਤੇ। ਪਹਿਲੇ ਦਿਨ ਕੋਈ ਤਸੀਹਾ ਨਹੀਂ ਦਿੱਤਾ, ਲਾਲਚ ਦਿੱਤੇ ਕਿ ਤੁਹਾਨੂੰ ਪਤਾ ਸੀ ਕਿ ਜੱਥੇ ਬਣਾ ਕੇ ਇਹਨਾਂ ਦੇ ਵੱਡੇ ਵੀਰ ਵੱਡੇ ਵੱਡੇ ਯੁੱਧ ਲੜਦੇ ਰਹੇ ਨੇ ਤੇ ਇਹਨਾਂ ਦੀ ਲਾਲਸਾ ਕੀ ਹੋ ਸਕਦੀ ਹੈ। ਕਹਿੰਦੇ ਤੁਹਾਨੂੰ ਬਹੁਤ ਸਾਰੇ ਘੋੜਿਆਂ ਦੇ, ਬਹੁਤ ਸਾਰੀ ਸੈਨਾ ਦੇ ਤੁਹਾਨੂੰ ਜਰਨੈਲ ਥਾਪ ਦੇਾਂਗੇ, ਤੁਹਾਨੂੰ ਬਹੁਤ ਵੱਡੀ ਅਹੁਦੇ ਮਰਾਤਬੇ ਦੇਾਂਗੇ, ਤੁਹਾਨੂੰ ਆਗੂ ਥਾਪ ਦੇਵਾਂਗੇ, ਤੁਸੀਂ ਜਿਵੇਂ ਜਿਵੇਂ ਵੱਡੇ ਹੋਵੋਗੇ ਦੁਨੀਆ 'ਚ ਤੁਹਾਡਾ ਨਾਂ ਫੈਲੇਗਾ। ਇਸ ਕਰਕੇ ਪਰ ਤੁਸੀਂ ਇਸਲਾਮ ਨੂੰ ਮੰਨ ਜਾਓ, ਤੁਸੀਂ ਇਸਲਾਮ ਧਾਰਨ ਕਰ ਲਓ, ਆਪਣਾ ਧਰਮ ਤਿਆਗ ਦਿਓ।
ਕਿਉਂ ਬਾਬਾ ਫਤਿਹ ਸਿੰਘ ਕਹਿੰਦੇ ਆ? ਉਮਰ ਤੇ ਬੜੀ ਛੋਟੀ ਸੀ, ਬਾਬਾ ਕਿਉਂ ਕਹਿੰਦੇ ਹਾਂ? ਸਾਧ ਸੰਗਤ ਜੀ, ਖਿਆਲ ਜਿਹੜੇ ਸੀ ਉਹ ਬਾਬਿਆਂ ਵਾਲੇ ਸੀ, ਬਜ਼ੁਰਗਾਂ ਵਾਲੇ। ਉਹਨਾਂ ਵਜੀਦ ਖਾਨ ਨੂੰ ਕਿਹਾ ਕਿ ਵਜੀਦ ਖਾਨ, ਜੇ ਭਲਾ ਤੂੰ ਸਾਨੂੰ ਘੋੜੇ ਦੇ ਦੇਵੇ, ਫੌਜ ਦੇ ਦੇਵੇਂ, ਵੱਡੇ ਹੋ ਜਾਈਏ, ਤੇ ਤੈਨੂੰ ਪਤਾ ਸੀ ਕੀ ਕਰਾਂਗੇ? ਕਹਿੰਦੇ ਅਸੀਂ ਕਰਾਂਗੇ ਕਿ ਜੇ ਸਾਨੂੰ ਤੂੰ ਸਮਾਂ ਦੇਵੇਂ, ਅਸੀਂ ਆਪਣੇ ਵੀਰਾਂ ਨੂੰ ਲੱਭਾਂਗੇ, ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਨੂੰ ਲੱਭਾਂਗੇ। ਕਹਿੰਦੇ ਉਹ ਤੇ ਮਾਰੇ ਗਏ ਨੇ। ਕਹਿੰਦੇ ਉਹ ਨਹੀਂ ਮਰ ਸਕਦੇ। ਜੇ ਉਹਨਾਂ ਦੇ ਜਿਸਮ ਸਾਡੇ ਦਾਦਾ ਗੁਰੂ ਕੋਲ ਚਲੇ ਗਏ ਨੇ, ਤੇ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਅਜੀਤ ਸਿੰਘ, ਜੁਝਾਰ ਸਿੰਘ ਬਣਾ ਦਿੱਤੇ ਨੇ, ਥਾਪ ਦਿੱਤੇ ਨੇ। ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਾਡੇ ਭਰਾ ਬੜੇ ਬਣਾ ਦਿੱਤੇ ਨੇ। ਇਸ ਕਰਕੇ ਅਸੀਂ ਉਹਨਾਂ ਨੂੰ ਲੱਭਾਂਗੇ, ਇਕੱਠੇ ਕਰਾਂਗੇ, ਯੁੱਧ ਦੀ ਸਿੱਖਿਆ ਦੇਵਾਂਗੇ, ਤੇ ਤੁਹਾਡੇ ਵਰਗੇ ਜ਼ਾਲਮਾਂ ਨੂੰ ਫਿਰ ਸੋਧਾਂਗੇ। ਤੇ ਸੁੱਚਾ ਆਨੰਦ ਕੀ ਕਹਿੰਦਾ ਹੈ? ਕਹਿੰਦਾ ਵਜੀਦ ਖਾਨ, ਮੈਂ ਕੀ ਕਿਹਾ ਸੀ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ, ਤੁਸੀਂ ਇਹਨਾਂ ਨੂੰ ਬਹਿਸ ਵਿੱਚ ਨਾ ਪਾਓ, ਖਤਮ ਕਰ ਦਿਓ। ਪਰ ਵਜੀਦ ਖਾਨ ਸੋਚਦਾ ਕਿ ਬੜੇ ਵੱਡੇ ਯੁੱਧ ਲੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਹੀਂ ਫੜ ਸਕੇ, ਇੱਕ ਵੀ ਸਿੰਘ ਨੂੰ ਨਹੀਂ ਫੜ ਸਕੇ, ਤੇ ਅੱਜ ਸਾਡੇ ਕੋਲ ਉਹਨਾਂ ਦੇ ਪੁੱਤਰ ਆਏ ਨੇ। ਜੇ ਕਿਤੇ ਛੋਟੀਆਂ ਛੋਟੀਆਂ ਜਿੰਦਾ ਹੀ ਮੰਨ ਜਾਣ ਕਿ ਅਸੀਂ ਇਸਲਾਮ ਧਾਰਨ ਕਰ ਲਿਆ, ਔਰੰਗਜ਼ੇਬ ਨੂੰ ਮੂੰਹ ਦਿਖਾਉਣ ਜੋਗੇ ਤਾਂ ਹੋ ਜਾਾਂਗੇ ਨਾ। ਕੋਈ ਗੱਲ ਨਹੀਂ, ਅੱਜ ਨਹੀਂ ਕੱਲ ਮੰਨ ਜਾਣਗੇ। ਇਸ ਤਰ੍ਹਾਂ ਦੇ ਲਾਲਚ ਦਿੱਤੇ ਗਏ। ਤੇ ਫਿਰ ਜਦੋਂ ਬਾਬਾ ਫਤਿਹ ਸਿੰਘ, ਬਾਬਾ ਜੁਝਾਰ ਸਿੰਘ ਨੇ ਕਿਹਾ ਕਿ ਫਿਰ ਵਜੀਦ ਖਾਂ ਇੱਕ ਸਾਨੂੰ ਹੋਰ ਗੱਲ ਸਮਝਾਓ, ਜੇ ਤੁਸੀਂ ਸਾਨੂੰ ਵੱਡੀਆਂ ਉਮਰਾਂ ਦੇ ਦੇਵੋਗੇ, ਵੱਡੇ ਮਰਾਤਬੇ ਦੇ ਦੇਵੋਗੇ, ਤੇ ਫਿਰ ਅਸੀਂ ਮਰਾਂਗੇ ਨਹੀਂ? ਅਖੀਰ ਨੂੰ ਤਾਂ ਮਰਾਂਗੇ ਹੀ ਨਾ। ਤੇ ਉਹਨੂੰ ਉਲਟਾ ਪੁੱਛਿਆ ਵੀ ਤੂੰ ਕਿੰਨਾ ਕੁ ਚਿਰ ਬੈਠਾ ਰਹੇਗਾ? ਤੂੰ ਵੀ ਤਾਂ ਮਰੇਗਾ ਹੀ ਨਾ। ਤੇ ਸਾਡਾ ਦਾਦਾ ਗੁਰੂ ਇਹ ਦੱਸ ਕੇ ਗਿਆ ਹੈ ਕਿ ਇਹ ਜਿਹੜਾ ਸਰੀਰ ਹੈ, ਇਹ ਤਾਂ ਇੱਕ ਚੋਲਾ ਹੈ, ਇਹ ਇੱਕ ਬਸਤਰ ਹੈ, ਇਹ ਇੱਕ ਪਹਿਰਾਵਾ ਹੈ, ਜਿਹਨੂੰ ਹਰ ਮਨੁੱਖ ਨੇ ਬਦਲਣਾ ਹੀ ਹੈ। ਤੇ ਕੋਈ ਬਚਪਨ ਵਿੱਚ ਬਦਲ ਜਾਂਦਾ ਹੈ, ਕੋਈ ਜਵਾਨੀ ਵਿੱਚ ਬਦਲ ਜਾਂਦਾ ਹੈ, ਤੇ ਬੁਢੇਪੇ ਵਿੱਚ ਤੇ ਹਰ ਇੱਕ ਨਹੀਂ ਬਦਲਣਾ ਹੈ। ਇਸ ਕਰਕੇ ਅਸੀਂ ਇਹ ਚੋਲਾ ਬਦਲਣ ਦਾ ਸਾਡਾ ਸਮਾਂ ਆ ਗਿਆ ਜਾਪਦਾ ਹੈ। ਅਸੀਂ ਕਿਸੇ ਵੀ ਕੀਮਤ ਤੇ, ਜੋ ਸਾਡੇ ਪਿਤਾ ਕਲਗੀਧਰ ਪਾਤਸ਼ਾਹ ਨੇ ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਨਾ, ਅਸੀਂ ਇਸ ਧਰਮ ਨੂੰ ਨਹੀਂ ਤਿਆਗਾਂਗੇ। ਅਸੀਂ ਆਪਣੇ ਧਰਮ ਵਿੱਚ ਪਰਪੱਕ ਰਵਾਂਗੇ। ਤੇਰਾ ਸਲਾਮ, ਤੈਨੂੰ ਮੁਬਾਰਕ ਹੋਵੇ। ਪਰ ਅਸੀਂ ਖਾਲਸਾ ਪੰਥ ਦੀ ਜੋ ਬੁਨਿਆਦ ਰੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਨੇ, ਉਹਦੇ ਤੋਂ 1 ਇੰਚ ਭਰ ਵੀ ਪਾਸੇ ਨਹੀਂ ਜਾਵਾਂਗੇ। ਤੇ ਜਦੋਂ ਇਹ ਸਾਰਾ ਕੁਝ ਸੀਨ ਦੇਖਿਆ, ਵਜੀਦ ਖਾਂ ਕਹਿੰਦਾ ਕਿ ਇਹਨਾਂ ਨੂੰ ਅੱਜ ਭੇਜ ਦਿਓ। ਅੱਜ ਦੀ ਰਾਤ ਜਦੋਂ ਫੇਰ ਜਾਣਗੇ, ਤੇ ਇਹਨਾਂ ਦੇ ਦਿਮਾਗ ਵਿੱਚ, ਇਹਨਾਂ ਦੇ ਚੇਨ ਵਿੱਚ, ਮਨ ਵਿੱਚ ਇਹੋ ਜਿਹੀਆਂ ਗੱਲਾਂ ਘੁੰਮਣਗੀਆਂ ਕਿ ਇੱਕ ਪਾਸੇ ਜ਼ਿੰਦਗੀ ਹੈ, ਇੱਕ ਪਾਸੇ ਮੌਤ ਹੈ, ਇੱਕ ਪਾਸੇ ਵੱਡੀਆਂ ਵੱਡੀਆਂ ਲਸ਼ਕਰਾਂ ਦੇ ਅਸੀਂ ਮੁਖੀ ਹੋਵਾਂਗੇ। ਇਹ ਸਾਰਾ ਕੁਝ ਘੁੰਮੇਗਾ। ਹੁਣ ਇਹ ਜਜ਼ਬਾਤ ਵਿੱਚ ਜੋ ਕਹਿੰਦੇ ਨੇ, ਕਹਿ ਰਹੇ ਨੇ, ਤੇ ਉਧਰ ਮਾਤਾ ਜੀ ਪਾਸ ਪਹੁੰਚੇ ਨੇ, ਸ਼ਾਮਾਂ ਪਈਆਂ ਨੇ, ਰਾਤ ਪੈ ਗਈ। ਮੈਂ ਕਿਤੇ ਹੋਰ ਬੇਨਤੀ ਕਰਾਂ ਕਿ ਮਹਾਨ ਕੁਰਬਾਨੀਆਂ ਵਾਲਿਆਂ ਦੀ ਵੀ ਘਾਟ ਨਹੀਂ ਸੀ। ਇੱਕ ਪਾਸੇ ਬਾਬਾ ਮੋਤੀ ਮਹਿਰਾ, ਜਿਹਦੀ ਕੁਰਬਾਨੀ ਤੱਕੋ, ਬਾਅਦ ਵਿੱਚ ਜਿਹਦਾ ਸਾਰਾ ਹੀ ਪਰਿਵਾਰ ਸ਼ਹੀਦ ਕਰ ਦਿੱਤਾ ਗਿਆ ਸੀ, ਜਿਹੜਾ ਕੇਵਲ ਦੁੱਧ ਪਿਆਉਣ ਦੀ ਸੇਵਾ ਕਰਦਾ ਸੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ, ਤੇ ਬਾਹਰ ਦੀ ਖਬਰ ਵੀ ਲਿਆ ਕੇ ਦਿੰਦਾ ਸੀ। ਸਾਧ ਸੰਗਤ ਜੀ, ਕਿੱਡੀਆਂ ਵੱਡੀਆਂ ਕੁਰਬਾਨੀਆਂ ਵਾਲੇ ਗੁਰੂ ਕੇ ਸਿੱਖ ਹੋਏ ਨੇ। ਨਾਮ ਤਰੀਕ, ਨਾਮ ਰਸੀਏ ਗੁਰੂ ਕੇ ਸਿੱਖ ਨੇ, ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਬਾਬੇ ਮੋਤੀ ਮਹਿਰੇ ਵਰਗੇ ਨੂੰ ਭੁਲਾ ਸਕਦੇ ਆਪਾਂ ਕਿਤੇ? ਜਦੋਂ ਉਹ ਰਾਤ ਨੂੰ ਦੁੱਧ ਲੈ ਕੇ ਆਇਆ, ਤੇ ਉਹਨੇ ਰਾਤ ਦੀਆਂ ਸਾਰੀਆਂ ਗੱਲਾਂ ਦੱਸੀਆਂ ਕਿ ਮਾਤਾ ਜੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ। ਤੇ ਮਾਤਾ ਨੇ ਛਾਤੀ ਨਾਲ ਲਾ ਕੇ ਸਾਹਿਬਜ਼ਾਦਿਆਂ ਨੂੰ ਪੁੱਛਿਆ ਕਿ ਕੀ ਹੋਇਆ ਅੱਜ? ਉਹਨਾਂ ਕਿਹਾ ਮਾਤਾ ਜੀ ਆਹ ਕੁਝ ਹੋਇਆ ਹੈ। ਤੇ ਦਾਦੀ ਮਾਤਾ, ਤੂੰ ਸਾਡੇ ਤੇ ਮਿਹਰ ਭਰੇ ਹੱਥ ਰੱਖੀ। ਜੋ ਸਾਡੇ ਪਰਚੇ ਪਏ ਨੇ ਨਾ, ਇਹਦੇ ਚੋਂ ਅਸੀਂ 100/100 ਨੰਬਰ ਲੈ ਕੇ ਪਾਸ ਹੋਣਾ ਹੈ। ਅੱਜ ਜਿਹੜਾ ਪਰਚਾ ਪਿਆ, ਸਾਨੂੰ ਬੜੇ ਲਾਲਚ ਦਿੱਤੇ। ਮਾਤਾ ਤੇਰੀਆਂ ਗੱਲਾਂ ਸੱਚੀਆਂ ਹੋਈਆਂ, ਤੂੰ ਕਿਹਾ ਸੀ ਨਾ ਲਾਲਚ ਦੇਣਗੇ, ਸਾਨੂੰ ਲਾਲਚ ਦਿੱਤੇ। ਵੀ ਭਲਾ ਤੂੰ ਦੱਸ ਮਾਤਾ, ਸਾਨੂੰ ਕਹਿੰਦੇ ਮੁਗਲਾਂ ਦੀ ਫੌਜ ਦੇ ਤੁਹਾਨੂੰ ਸੈਨਾਪਤੀ ਬਣਾਵਾਂਗੇ। ਸਾਡੇ ਗੁਰੂ ਨੇ ਤਾਂ ਸਾਨੂੰ ਸਿੰਘਾਂ ਦੀ ਫੌਜ ਦੇ ਜਰਨੈਲ ਬਣਾਇਆ। ਅਸੀਂ ਕਿਤੇ ਉਹਨਾਂ ਦੀ ਫੌਜ ਦੇ? ਉਹਨਾਂ ਦੀ ਫੌਜ ਨਾਲ ਤਾਂ ਸਾਡਾ ਵੈਰ ਹੈ, ਦੁਸ਼ਮਣੀ ਹੈ, ਲੜਾਈ ਹੈ।
ਉਹ ਜ਼ਾਲਮ ਨੇ, ਅਸੀਂ ਧਰਮੀ ਆ, ਸਾਡਾ ਉਹਨਾਂ ਨਾਲ ਸੰਬੰਧ ਕੀ ਆ। ਮਾਤਾ ਜੀ ਬੜੇ ਪ੍ਰਸੰਨ ਹੋਏ, ਛਾਤੀ ਨਾਲ ਲਾ ਕੇ ਕਿਹਾ ਪੁੱਤਰੋ ਸ਼ਾਬਾਸ਼, ਤੇ ਕੱਲ ਨੂੰ ਇਹਦੇ ਤੋਂ ਉਲਟ ਤੁਹਾਡੇ ਤੇ ਭਾਰੀ ਵੀ ਪੈ ਸਕਦੀ ਹੈ, ਜ਼ੁਲਮ ਵੀ ਹੋ ਸਕਦਾ, ਤਸ਼ੱਦਦ ਹੋ ਸਕਦੇ ਨੇ, ਪਰ ਗੁਰੂ ਦੇ ਭਾਣੇ ਵਿੱਚ ਰਹਿਣਾ, ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰਹਿਣਾ, ਦੁਨੀਆ ਤੇ ਨਾਮ ਰਵੇਗਾ। ਆਉਣ ਵਾਲੀਆਂ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਕੌਮਾਂ ਤੁਹਾਨੂੰ ਯਾਦ ਕਰਨਗੀਆਂ, ਪਰ ਤੁਸੀਂ ਚੜ੍ਹਦੀ ਕਲਾ ਵਿੱਚ ਜ਼ਿੰਦਗੀ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸ਼ਹਾਦਤ ਦੇ ਰਸਤੇ ਤੇ ਚੱਲ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਪਹੁੰਚਿਆ ਜਾ ਸਕਦਾ ਹੈ। ਤੇ ਯਾਦ ਰੱਖਿਓ, ਜਦੋਂ ਮੈਨੂੰ ਪਤਾ ਲੱਗੇਗਾ ਕਿ ਤੁਸੀਂ ਇਹ ਸ਼ਹਾਦਤ ਦਾ ਜਾਮ ਪੀ ਕੇ ਉਸ ਮੰਜ਼ਿਲ ਵੱਲ ਚੱਲ ਪਿਓ, ਤੇ ਮੈਂ ਵੀ ਤੁਹਾਡੇ ਨਾਲ ਹੀ ਆਵਾਂਗਾ, ਫਿਕਰ ਨਾ ਕਰਿਓ। ਸਾਧ ਸੰਗਤ ਜੀ, ਬਾਕੀ ਕੱਲ ਨੂੰ ਕੁਝ ਬੇਨਤੀਆਂ ਕਰਾਂਗੇ। ਇਹ ਇੱਕ ਅਗੰਮੀ ਇਤਿਹਾਸ ਹੈ ਸਾਧ ਸੰਗਤ ਜੀ, ਜੋ ਸਾਡੇ ਰੰਗੌਟੇ ਖੜੇ ਕਰਨ ਦੇਣ ਵਾਲਾ ਹੈ। ਅੱਜ ਸਾਨੂੰ ਗੁਰੂ ਕੇ ਸਿੱਖਾਂ ਨੂੰ ਦਾੜੀ ਦਾ ਭਾਰ ਲੱਗਦਾ, ਦਾੜੀਆਂ ਕਟਾ ਦਿੱਤੀਆਂ। ਜੇ ਦੂਜੇ ਪਾਸੇ ਦੇਖੀਏ, ਬੀਬੀਆਂ ਦੇ ਦਾੜੀ ਨਹੀਂ ਆਉਂਦੀ, ਉਹ ਅੱਖਾਂ ਦੇ ਭਰਵੱਟੇ ਹੀ ਕੱਟ ਦਿੰਦੀਆਂ। ਹੋਰ ਕੁਝ ਸਿੱਖੀ ਨੂੰ ਕਿਸੇ ਨਾ ਕਿਸੇ ਪਾਸਿਓਂ ਢਾਲ ਲਾਉਣੀ ਆ। ਅਸੀਂ ਕਿੱਧਰ ਜਾ ਰਹੇ ਹਾਂ? ਇਤਿਹਾਸ ਸਾਨੂੰ ਅੱਜ ਦੇ ਦਿਨਾਂ 'ਚ ਕੀ ਦਿਖਾ ਰਿਹਾ ਹੈ, ਕੀ ਦੱਸ ਰਿਹਾ ਹੈ? ਅਸੀਂ ਕਿਹੜੇ ਪਾਸੇ ਤੁਰੇ ਹਾਂ? ਕਿੱਥੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਉਹ ਪੁੱਤਰ ਬਣਨਾ ਹੀ ਕਲਗੀਧਰ ਪਾਤਸ਼ਾਹ ਦੇ, ਜਿਹਦੇ ਪ੍ਰਥਾਏ ਸਤਿਗੁਰੂ ਨੇ ਆਪਣੀ ਰਸਨਾ ਤੋਂ ਇਹ ਬਚਨ ਕਹੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ। ਅਸੀਂ ਕਿਹੜੇ ਪੁੱਤਰ ਬਣ ਗਏ ਭਾਈ? ਠੇਕਿਆਂ ਤੇ ਜਾਣ ਵਾਲੇ, ਸ਼ਰਾਬਾਂ ਪੀਣ ਵਾਲੇ, ਨਸ਼ੇ ਵਰਤਣ ਵਾਲੇ? ਨਹੀਂ, ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਬਣੀਏ। ਤੇ ਸਤਿਗੁਰੂ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਕਿੱਡਾ ਵੱਡਾ ਉਪਦੇਸ਼ ਦੇ ਰਹੇ ਨੇ ਕਿ ਇਹ ਮਨੁੱਖ, ਇਹ ਗੁਰਸਿੱਖ, ਕਾਹਦੇ ਤੇ ਤੂੰ ਮਾਣ ਕਰਦਾ ਫਿਰਦਾ ਹੈ? ਤੇਰਾ ਇਹ ਜਿਹੜਾ ਸਰੀਰ ਹੈ, ਇਹ ਤਾਂ ਹਵਾ ਦੇ ਥੰਮਿਆਂ ਤੇ ਖੜਿਆ ਹੈ, ਇਹਦਾ ਤੂੰ ਮਾਣ ਨਾ ਕਰ। ਗੋਬਿੰਦ ਨਾਮੰ ਨਹਿ ਸਿਮਰੰਤ। ਹਜ਼ੂਰ ਫਰਮਾਉਂਦੇ, ਜਦੋਂ ਕਲਗੀ ਪੰਜਮ ਪਾਤਸ਼ਾਹੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਇਹ ਮਾਨਸ ਜਨਮ ਬੜਾ ਦੁਰਲੱਭ ਹੈ, ਇੱਕ ਪਾਸੇ ਕਹਿੰਦੇ ਹੋ ਇਸ ਦੀ ਬੁਨਿਆਦ ਕੋਈ ਨਹੀਂ, ਤੇ ਹੁਣ ਕਿਰਪਾ ਕਰੋ, ਤੇ ਫਿਰ ਇਸ ਮਨੁੱਖਾ ਜਨਮ ਦੇ ਨਾਲ ਕੀ ਕਰਨਾ ਚਾਹੀਦਾ? ਕਹਿੰਦੇ ਭਾਈ, ਇੰਨਾ ਕੁਝ ਦੇਖਦਿਆਂ ਹੋਇਆਂ ਕਿ ਕੱਚੀ ਮਿੱਟੀ ਦਾ ਬਣਿਆ ਹੋਇਆ ਸਰੀਰ ਹਵਾ ਦੇ ਥੰਮਿਆਂ ਤੇ ਖੜਿਆ, ਕੰਧ ਕੋਈ ਹੈ ਨਹੀਂ, ਤੇ ਫਿਰ ਵੀ ਤੂੰ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ, ਨਾ ਜਪਣ ਵਾਲੇ ਪਾਸੇ ਤੇਰਾ ਖਿਆਲ ਹੀ ਨਹੀਂ ਹੈ। ਅਗਿਆਨੀ ਜਾਨੰਤ ਅਸਥਿਰੰ। ਕਹਿੰਦੇ ਅਗਿਆਨਤਾ ਦੇ ਵਸ ਤੂੰ ਸਮਝੀ ਬੈਠਾ ਹੈ ਕਿ ਮੈਂ ਸਦਾ ਹੀ ਅਸਥਿਰ ਰਹਿਣਾ ਹੈ, ਮੈਂ ਸਦਾ ਸਥਿਰ ਇਸ ਦੁਨੀਆ ਤੇ ਰਵਾਂਗਾ। ਮੇਰੇ ਮਾਤਾ ਪਿਤਾ ਚਲੇ ਗਏ, ਦਾਦੇ ਪੜਦਾਦੇ ਚਲੇ ਗਏ, ਮਿੱਤਰ ਦੋਸਤ ਚਲੇ ਗਏ, ਮੈਂ ਥੋੜੋ ਜਾਣਾ ਹੈ। ਤੂੰ ਆਪਣੇ ਆਪ ਨੂੰ ਇੱਥੇ ਅਸਥਿਰ ਮੰਨ ਕੇ ਬੈਠਾ ਹੈ। ਦੁਰਲੱਭ ਦੇਹ ਉਦਰੰਤ। ਕਹਿੰਦੇ ਭਾਈ, ਇਸ ਦੁਰਲੱਭ ਦੇਹ ਦਾ ਉਦਰਨ ਕਿਵੇਂ ਹੋਵੇਗਾ, ਪਾਰ ਉਤਾਰਾ ਕਿਵੇਂ ਹੋਵੇਗਾ? ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ, ਪਾਰ ਉਤਾਰ ਕਰਨ ਵਾਸਤੇ ਇਹ ਯਤਨ ਹੈ। ਸਾਧ ਸਰਣ ਨਾਨਕ। ਹਾਂਜੀ ਪੜ੍ਹ। ਹਰ 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 ਹਰੇ ਜਪੰਤ। ਕਹਿੰਦੇ ਕੀ ਉਦਰਨ ਦਾ ਤਰੀਕਾ ਹੈ ਭਾਈ? ਕਹਿੰਦੇ ਸਾਧ ਸੰਗਤ ਵਿੱਚ ਆ ਜਾਇਆ ਕਰ। ਸਾਧ ਸੰਗਤ ਵਿੱਚ ਜਾਣ ਦੇ ਵੀ ਬੜੇ ਤਰੀਕੇ ਨੇ। ਅਸੀਂ ਆਉਣੇ ਸਾਧ ਸੰਗਤ ਵਿੱਚ ਚੌਧਰੀ ਬਣਨ ਵਾਸਤੇ। ਮੈਂ ਜੀ ਚਾਹ ਦਾ ਚੌਧਰੀ ਹਾਂ, ਮੈਂ ਸਫਾਈ ਦਾ ਚੌਧਰੀ ਹਾਂ, ਮੈਂ ਜੋੜੇ ਘਰ ਦਾ ਚੌਧਰੀ ਹਾਂ, ਮੈਂ ਵੱਡਾ ਸੇਵਾਦਾਰ ਹਾਂ। ਨਾ ਭਾਈ, ਕਹਿੰਦੇ ਸੰਗਤ ਵਿੱਚ ਆ ਕੇ ਨਿਮਰਤਾ ਧਾਰਨ ਕਰੀ। ਇਹ ਸੋਚ ਕੇ ਰੱਖੀ ਕਿ ਮੇਰੇ ਤੋਂ ਸਾਰੇ ਇੱਕ ਦੂ ਇੱਕ ਝਡੰਦੀਆਂ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਨੇ। ਜਿਹੜਾ ਸਾਨੂੰ ਬੜਾ ਹੀ ਗਰੀਬ ਫਟੇ ਵਸਤਰਾਂ ਵਿੱਚ ਦਿਸਦਾ, ਪਤਾ ਨਹੀਂ ਉਹ ਕਿੰਨਾ ਕੁ ਪ੍ਰਮਾਤਮਾ ਦੇ ਨੇੜੇ ਬੰਦਗੀ ਵਾਲਾ ਹੋਵੇਗਾ। ਇਸ ਕਰਕੇ ਭਾਈ, ਸਾਧ ਸੰਗਤ ਵਿੱਚ ਆ ਕੇ ਹਰੀ ਪ੍ਰਮਾਤਮਾ ਦਾ ਨਾਮ ਜਪੀ। ਉਸ ਨੂੰ ਜਿਹੜਾ ਜੀਵਾਂ ਨੂੰ ਹਰੇ ਭਰੇ ਕਰ ਦੇਣ ਵੇਲਾ ਹੈ। ਹਰ 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 ਹਰੇ 6 ਵਾਰੀ ਮਹਾਰਾਜ ਨੇ ਕਿਹਾ। ਜਿਹੜਾ ਹਰ ਵਿਅਕਤੀ ਵਿੱਚ ਪ੍ਰਵਿਰਤ ਹੈ, ਜਿਹੜਾ ਹਰ ਜਗ੍ਹਾ ਤੇ ਵਿਆਪਕ ਹੈ, ਜਿਹੜਾ ਹਰ ਥਾਂ ਤੇ ਜੀਵਾਂ ਨੂੰ ਹਰੇ ਭਰੇ ਕਰ ਦੇਣ ਵਾਲਾ ਹੈ, ਉਸ ਹਰੀ ਪ੍ਰਮਾਤਮਾ ਦਾ ਨਾਮ ਜਪਿਆ ਕਰ। ਕਹਿੰਦੇ ਭਾਈ, ਤਾਂ ਤੇਰਾ ਇਹ ਜਿਹੜਾ ਕੱਚਾ ਕਿਲਾ ਹੈ, ਇਹ ਵੀ ਪ੍ਰਵਾਨਿਕ ਹੋ ਜਾਵੇਗਾ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੀ ਪੌੜੀ ਵਿੱਚ ਕਿਰਪਾ ਕੀਤੀ ਹੈ। ਸਾਧ ਸੰਗਤ ਜੀ, ਜਿਵੇਂ ਸਿੰਘ ਸਾਹਿਬ ਜੀ ਨੇ ਕਿਹਾ ਹੈ
ਨੇਤਾ ਭਰਤੀ ਕਹਿੰਦੇ ਹਨ ਕਿ ਜੋ ਕਿਸਾਨ ਮੋਰਚਾ ਹੈ ਆਪਣੇ ਹੱਕਾਂ ਵਾਸਤੇ ਬਹੁਤ ਹੀ ਸ਼ਾਂਤਮਈ ਇੱਕ ਸੱਤਿਆਗ੍ਰਹਿ ਹੈ। ਤੁਸੀਂ ਤਾਂ ਖਾਲਸਾ ਜੀ ਜਦੋਂ ਆਪਾਂ ਬਾਰਡਰਾਂ ਤੇ ਯੁੱਧ ਲੜਦੀ ਹੈ ਨਾ ਫੌਜ, ਤੇ ਉਹਦੇ ਵਰਦੇ ਗੋਲਿਆਂ ਵਿੱਚ ਵੀ ਉੱਥੇ ਪ੍ਰਸ਼ਾਦ ਪਾਣੀ ਪਹੁੰਚਾ ਦਿੰਦੇ ਹੋ। ਦਾਸ ਨੇ ਕਈਆਂ ਮਹਾਂਪੁਰਖਾਂ ਦਾ ਇਤਿਹਾਸ ਪੜ੍ਹਿਆ, ਬਾਬਾ ਤਾਰਾ ਸਿੰਘ ਜੀ, ਇਸੇ ਤਰ੍ਹਾਂ ਬਾਬਾ ਸੋਹਣ ਸਿੰਘ ਜੀ, ਬਿਧੀ ਚੰਦ ਵਾਲੇ, ਬਿਧੀ ਚੰਦ ਦੀ ਲਾਸ਼ ਸੁਰ ਸਿੰਘ ਵਾਲੇ, ਉਹ ਬਾਰਡਰ ਤੇ ਪੈਂਦੇ ਨੇ ਪਿੰਡ, ਟਰਾਲੀਆਂ ਭਰ ਕੇ ਪ੍ਰਸ਼ਾਦਿਆਂ ਦੀਆਂ ਫੌਜ ਨੂੰ ਛਕਾਉਂਦੇ ਸੀ ਜਾ ਕੇ ਯੁੱਧ ਵਿੱਚ ਵਰਦੇ ਗੋਲਿਆਂ 'ਚ। ਤੇ ਇਹ ਤੇ ਸ਼ਾਂਤਮਈ ਸੱਤਿਆਗ੍ਰਹਿ ਹੈ। ਠੀਕ ਹੈ, ਸਰਕਾਰਾਂ ਦੀ ਆਪਣੀ ਮਰਜ਼ੀ ਹੈ, ਆਪਣੀ ਜਿੱਦ ਹੈ, ਪਰ ਇਹ ਜਿਹੜੇ ਕਿਸਾਨ ਨੇ, ਕਿਸਾਨ ਤੇ ਦਸਾਂ ਨੌਂ ਦੀ ਕਿਰਤ ਕਰਨ ਵਾਲੇ, ਇਹ ਅਸਲੀ ਭਗਤ ਨੇ। ਜਿਹੜਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਨਾ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਸਭ ਤੋਂ ਸੱਚੀ ਤੇ ਸੁੱਚੀ ਕਿਰਤ ਹੈ ਖੇਤੀ ਦੀ, ਕਿਸਾਨੀ ਦੀ, ਜਿਹਦੇ ਵਿੱਚ ਨਹੀਂ ਕੋਈ ਮਿਲਾਵਟ, ਜਿਹਦੇ ਵਿੱਚ ਨਹੀਂ ਕੋਈ ਧੋਖਾ ਹੇਰਾ ਫੇਰੀ। ਇਹ ਦਸਾਂ ਨੌਂ ਦੀ ਕਿਰਤ ਹੈ। ਇਹ ਕਿਰਤ ਵੀ ਭਗਤੀ ਹੈ, ਧਰਮ ਹੈ। ਸਾਧ ਸੰਗਤ ਜੀ ਇਹ ਡਟੇ ਹੋਏ ਨੇ ਤੇ ਆਪਣਾ ਸਭਨਾਂ ਦਾ ਫਰਜ਼ ਬਣਦਾ ਹੈ। ਦਾਸ ਵੀ ਪਿਛਲੇ 25-26 ਦਿਨਾਂ ਤੋਂ ਇੱਥੇ ਹੀ ਕੁੰਡਲੀ ਬਾਰਡਰ ਤੇ ਮਹਾਰਾਜ ਦੀ ਕਿਰਪਾ ਨਾਲ ਆਪ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਲੰਗਰ ਲਾਏ ਨੇ, ਰਹਿਣ ਵਸੇਬਾ ਛੋਟਾ ਜਿਹਾ ਬਣਾਇਆ ਹੈ 200 ਬਿਸਤਰੇ ਦਾ, ਤੇ ਨਾਲ ਵੱਡੀ ਪੱਧਰ ਤੇ ਮੈਡੀਕਲ ਕੈਂਪ ਲਾਏ ਹੋਏ ਨੇ। ਤੁਹਾਨੂੰ ਪਤਾ ਕਿ ਕਿਵੇਂ ਹਰਿਆਣਾ ਸਰਕਾਰ ਨੇ ਅਥਰੂ ਗੈਸ ਛੱਡੀ, ਜਿਹਦੀ ਡੇਟ ਵੀ ਐਕਸਪਾਇਰ ਹੋਈ ਵੀ ਸੀ, ਗੋਲੇ ਛੱਡੇ ਅਥਰੂ ਗੈਸ ਦੇ। ਉਹ ਬਹੁਤ ਸਾਰੇ ਕਿਸਾਨ ਉਹਦੇ ਨਾਲ ਜ਼ਖਮੀ ਹੋਏ, ਬਹੁਤ ਸਾਰਿਆਂ ਦੀਆਂ ਅੱਖਾਂ 'ਚ ਧੂਆਂ ਪਿਆ, ਕਈਆਂ ਨੂੰ ਧੂਆਂ ਚੜ ਗਿਆ, ਬੜੀ ਦੇਰ ਤੱਕ ਅਸਰ ਰਹਿੰਦੇ ਇਹਨਾਂ ਗੱਲਾਂ ਦੇ। ਇਸ ਕਰਕੇ ਮੈਡੀਕੈਂਪ ਲਾਏ ਨੇ। ਹੋਰ ਵੀ ਬੜੀਆਂ ਸੰਸਥਾਵਾਂ ਨੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ, ਸਿੰਘ ਸਭਾਵਾਂ, ਸੰਪਰਦਾਵਾਂ ਬੜੇ ਵੱਡੇ ਉਪਰਾਲੇ ਕਰ ਰਹੀਆਂ ਨੇ। ਪਰ ਆਪਣਾ ਸਭ ਦਾ ਫਰਜ਼ ਬਣਦਾ, ਭਾਵੇਂ ਕੋਈ ਦੇਸ਼ ਵਿੱਚ ਰਹਿੰਦਾ ਹੈ, ਭਾਵੇਂ ਕੋਈ ਵਿਦੇਸ਼ ਵਿੱਚ ਰਹਿੰਦਾ ਹੈ। ਜੇ ਫਿਜ਼ੀਕਲ ਤੌਰ ਤੇ ਅਸੀਂ ਨਹੀਂ ਆ ਕੇ ਇੱਥੇ ਆਪ ਸੇਵਾ ਕਰ ਸਕਦੇ ਕਿਸੇ ਵੀ ਢੰਗ ਨਾਲ, ਸਭ ਤੋਂ ਵੱਡੀ ਸੇਵਾ ਕੀ ਹੈ ਕਿ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਗੌਰਮੈਂਟਾਂ ਜਿੰਨੀਆਂ ਮਰਜ਼ੀ ਹੈਂਕੜ ਕਰ ਲੈਣ, ਆ ਜਿਹੜਾ ਅੱਜ ਕਿਸਾਨ ਡਟਿਆ ਹੋਇਆ ਹੈ, ਇਹਨੂੰ ਕਦੇ ਥਕਾਵਟ ਨਾ ਆਵੇ, ਕਦੇ ਅੱਕੇ ਨਾ, ਕਦੇ ਥੱਕੇ ਨਾ, ਕਦੇ ਝੁਕੇ ਨਾ, ਕਦੇ ਇਹਨਾਂ ਦੇ ਵਿੱਚ ਕੋਈ ਦਫਾੜ ਨਾ ਪਵੇ, ਏਕਤਾ ਬਣੀ ਰਵੇ, ਇਤਫਾਕ ਬਣਿਆ ਰਵੇ। ਇਹ ਅਰਦਾਸ ਕਰਿਓ, ਇਹ ਬਹੁਤ ਵੱਡੀ ਸੇਵਾ ਹੈ। ਬਾਕੀ ਤੁਸੀਂ ਤਨ ਮਨ ਧਨ ਦੇ ਨਾਲ ਸੇਵਾ ਸਾਰੇ ਕਰ ਹੀ ਰਹੇ ਹੋ, ਸਾਰਿਆਂ ਦਾ ਹੀ ਬਹੁਤ ਧੰਨਵਾਦ ਹੈ। ਆਪਾਂ ਨੂੰ ਸੇਵਾ ਕਰਨੀ ਬਣਦੀ ਹੈ। ਸਤਿਗੁਰੂ ਪਾਤਸ਼ਾਹ ਜੀ ਆਪ ਕਿਰਪਾ ਕਰਨਗੇ, ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰਨੀ ਜੀ। ਦੁਰਲਭ ਦੇਹ ਉਦਰੰਤ ਸਾਧ ਸਰਣ ਨਾਨਕ, ਹਰ 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 ਹਰੇ ਜਪੰਤ। ਵਾਹਿਗੁਰੂ ਜੀ ਕਾ ਖਾਲਸਾ,